हाँ जी, सत श्री अकाल सारिਆਂ ਨੂੰ। ਅੱਜ ਆਪਾਂ ਆਪਣਾ ਤੀਜੇ ਦਿਨ ਦੀ ਤਿਆਰੀ ਕਰਦੇ ਹੋਏ NCERT ਜੀਓਗ੍ਰਾਫੀ ਦਾ ਲੈਕਚਰ 2। ਠੀਕ ਹੈ, ਕੱਲ ਆਪਾਂ ਪ੍ਰਮਾਣ ਕੀ ਹੁੰਦਾ ਸੀ ਕਰਦੇ ਕਰਾਂਦੇ, ਧਰਤੀ ਕਿੱਦਾਂ ਬਣੀ ਆ, ਆਪਣਾ ਗ੍ਰਹਿ ਉਪਗ੍ਰਹਿ, ਸਾਰੀ ਚੀਜ਼ਾਂ ਕੀ ਹੁੰਦੀਆਂ, ਆਪਾਂ ਸਾਰੀਆਂ ਚੀਜ਼ਾਂ ਦੇਖੀਆਂ। ਹੁਣ ਜਿਹੜੀ ਅਗਲੀ ਚੀਜ਼ ਹੈ, ਜਿਹੜੀ ਆਪਾਂ ਅੱਗੇ ਚੀਜ਼ ਕਰਨੀ ਹੈ, ਉਹ ਪਹਿਲਾਂ ਇੱਕ ਅੱਜ ਦਾ ਟੌਪਿਕ ਕਰਾਂਗੇ, ਫਿਰ ਇੱਕ ਕੱਲ ਦਾ ਟੌਪਿਕ ਰਹਿੰਦਾ ਉਹ ਲਾਸਟ ਵਿੱਚ ਕਰਾਂਗੇ। ਉਹ ਹੈਗਾ ਕਿ ਹੁਣ ਧਰਤੀ ਬਾਰੇ ਆਪਾਂ ਪੜ੍ਹਨਾ ਸ਼ੁਰੂ ਕਰਾਂਗੇ। ਦੇਖੋ, ਜੇ ਆਪਣਾ ਆਹ ਤੁਸੀਂ ਮੰਨ ਲਓ ਆਪਣਾ ਧਰਤੀ ਹੈ, ਤੇ ਜੇ ਤਾਂ ਆਪਣੀ ਧਰਤੀ ਬਿਲਕੁਲ ਸਿੱਧੀ ਹੁੰਦੀ, ਕੱਲ ਆਪਾਂ ਇਹਦੇ ਅੰਦਰੋਂ ਦੀ ਜਿਹੜਾ ਧੂਰਾ ਕੱਢਿਆ ਸੀ ਉਹ ਦਰਸਾਉਂਦਾ ਕਿ ਜੇ ਧਰਤੀ ਬਿਲਕੁਲ ਸਿੱਧੀ ਹੁੰਦੀ, ਠੀਕ ਹੈ, ਤਾਂ ਆ ਤੁਹਾਡਾ ਧੂਰਾ ਹੋ ਗਿਆ ਆਪਣਾ, ਤਾਂ ਧਰਤੀ ਇਸ ਤਰੀਕੇ ਨਾਲ ਇੱਥੋਂ ਦੀ ਮੈਂ ਇੱਕ ਸੈਂਟਰ ਲਾਈਨ ਜੇ ਵਿੱਚੋਂ ਖਿੱਚਦਾ, ਇੱਕ ਤਰੀਕੇ ਨਾਲ ਦਰਸਾਉਂਦਾ ਕਿਸ ਤਰੀਕੇ ਨਾਲ ਤੁਹਾਡਾ ਧਰਤੀ ਅੱਗੇ ਪੂਰੀ ਘੁੰਮਦੀ ਹੈ। ਜਦੋਂ ਆਪਾਂ ਜਿਹਨੂੰ ਆਪਾਂ ਰੈਵੋਲੂਸ਼ਨ ਕਹਿੰਦੇ ਆ, ਚਾਰੋਂ ਚੱਕਰ ਮਾਰ ਕੇ ਆਉਂਦੀ ਹੈ, ਸੂਰਜ ਦੇ ਚਾਰੋਂ ओर जो ਚੱਕਰ ਮਾਰੀ, ਦੇਖੋ ਆਪਾਂ ਕੱਲ ਬਣਾਇਆ ਵੀ ਸੀ ਇਹ ਡਾਇਗਰਾਮ। ਇਹ ਸਾਰੇ ਦੇ ਸਾਰੇ ਜਿੰਨੇ ਵੀ ਗ੍ਰਹਿ ਆ, ਅੱਜ ਜੇ ਤੁਹਾਡਾ ਸੂਰਜ ਹੈ, ਸੂਰਜ ਦੇ ਚਾਰੋਂ ओर ਆਹ ਤੁਹਾਡੇ ਗ੍ਰਹਿ ਇਦਾਂ ਆਸ-ਪਾਸ ਘੁੰਮ ਰਹੇ, ਉਦਾਂ ਹੀ ਧਰਤੀ ਵੀ ਘੁੰਮ ਰਹੀ ਹੈ। ਹੁਣ ਜੇ ਆਹ ਲਾਈਨ ਨੂੰ ਮੈਂ ਦੇਖਾਂ, ਦੇਖੋ ਇਦਾਂ ਡਰਾ ਕਰਕੇ ਦੇਖਾਂ, ਤਾਂ ਆਹ ਆਪਣੀ ਧਰਤੀ ਦੇ ਬਿਲਕੁਲ ਵਿੱਚੋਂ ਦੀ ਇਹ ਲਾਈਨ ਨਿਕਲ ਰਹੀ ਹੈ। ਤਾਂ ਤੁਸੀਂ ਇਹਨੂੰ ਇੱਕ ਗੇਂਦ ਵਾਂਗੂ ਮੰਨ ਲਓ ਕਿ ਗੇਂਦ ਦੇ ਦੋਨੋਂ ਪਾਸੇ ਮੈਂ ਛੇਦ ਕਰਕੇ ਵਿੱਚੋਂ ਦੀ ਧਾਗਾ ਕੱਢਦਾ, ਉਸ ਧਾਗੇ ਤੇ ਮੈਂ ਗੇਂਦ ਨੂੰ ਚਲਾਉਂਦਾ ਰਵਾਂ, ਤਾਂ ਉਹ ਸਾਰਾ ਦਾ ਸਾਰਾ ਧਾਗਾ ਘੁੰਮ ਕੇ ਉਦਾਂ ਹੀ ਆਊਗੀ। ਤਾਂ ਇਹੀ ਮੰਨ ਲਓ ਕਿ ਆਹ ਬਿਲਕੁਲ ਸੈਂਟਰ ਵਿੱਚ ਇਦਾਂ ਹੀ ਤੁਹਾਡੇ ਆ ਦੋਨੋਂ ਸਾਈਡ ਤੇ ਲਾਈਨ ਨਿਕਲ ਗਈ, ਜਿਹੜਾ ਆਹ ਤੁਹਾਡਾ ਆਰਬਿਟ ਸੀਗੇ, ਆਰਬਿਟ ਦੇ ਆਸ-ਪਾਸ ਇਦਾਂ ਹੋ ਗਿਆ। ਠੀਕ ਹੈ, ਤਾਂ ਜਿਹੜੀ ਆਹ ਲਾਈਨ ਜਿਹਦੇ ਵਿੱਚੋਂ ਦੀ ਨਿਕਲੀ ਹੈ, ਇਹਨੂੰ ਆਪਾਂ ਕਹਿ ਸਕਦੇ ਹਾਂ ਤੁਹਾਡੀ ऑर्बिटल प्लेन। क्या ऑर्बिट ਦੀ ਪੂਰੀ ਆ ਲਾਈਨ ਬਣ ਗਈ ਜਿਹੜੀ ਇਦਾਂ ਜਾ ਰਹੀ ਹੈ। ਠੀਕ ਹੈ, ਜਿਹੜੀ ਆ ਵਿੱਚੋਂ ਦੀ ਇਦਾਂ ਕੱਢ ਕੇ ਆਪਾਂ ਅੱਗੇ ਤੱਕ ਲੈ ਜਾਾਂਗੇ, ਗੋਲ ਘੁੰਮ ਰਹੀ ਹੈ, ਉਹ ਇਸ ਤਰੀਕੇ ਨਾਲ ਦਿਖਣੀ ਚਾਹੀਦੀ ਹੈ ਆਪਣੀ। ਤਾਂ ਇਹ ਹੋਇਆ ऑर्बिटल प्लेन। ਤੇ ਆ ਜਿਹੜੀ ਆਹ ऑर्बिट ਦੀ ਜੇ ਤੁਸੀਂ ਆ ਆਕਾਰ ਦੇਖੋਗੇ, ਉਹਦੀ ਸ਼ੇਪ ਦੇਖੋਗੇ, ਇਹ ਗੋਲ ਨਹੀਂ ਹੈ, ਇਹਦੇ ਦੋ ਕੋਨੇ ਹੈ ਜਿਹੜੇ ਇਦਾਂ ਖਿੱਚੇ ਹੋਏ, ਜਿਵੇਂ ਆਪਾਂ ਕੋਈ ਰਬੜ ਬੈਂਡ ਇਦਾਂ ਖਿੱਚ ਦਿੰਨੇ ਆ, ਦੋ ਦੇ ਕੋਨੇ ਬਣ ਜਾਂਦੇ ਆ ਨਾ, ਗੋਲ ਨਹੀਂ ਰਹਿੰਦਾ, ਖਿੱਚੇ ਜਾਂਦੇ ਆ। ਇਸੇ ਲਈ ਇਸ ऑर्बिटल प्लेन ਨੂੰ ਆਪਾਂ ਅੰਡਾਕਾਰ प्लेन ਵੀ ਕਹਿ ਦਿੰਦੇ ਆ, ਕਿਉਂਕਿ ਇਹ ਜਿਹੜੀ ਸ਼ੇਪ ਹੋ ਗਈ, ਇਹ ਅੰਡਾਕਾਰ ਸ਼ੇਪ ਹੋ ਗਈ। ਅੰਡੇ ਦੀ ਵੀ ਸ਼ੇਪ ਇਦਾਂ ਹੁੰਦੀ ਹੈ ਨਾ, ਦੋ ਕੋਨੇ ਬਣੇ ਹੁੰਦੇ ਆ, ਠੀਕ ਹੈ, ਤੇ ਇਸ ਤਰੀਕੇ ਨਾਲ, ਤਾਂ ਇਹਨੂੰ ਆਪਾਂ ਅੰਡਾਕਾਰ ਸ਼ੇਪ ਵੀ ਕਹਿ ਦਿੰਦੇ ਆ। ਠੀਕ ਹੈ, ਤਾਂ ਅੰਡਾਕਾਰ प्लेन ਹੋ ਗਿਆ ਇਹ ਅੰਡਾਕਾਰ, ਅਤੇ ऑर्बिट ਵੀ ਆਪਾਂ ਇਹਨੂੰ ਕਹਿੰਦੇ ऑर्बिट, ਜਿਹਦੇ ਉੱਤੇ ਤੁਹਾਡੇ ਗ੍ਰਹਿ ਸੂਰਜ ਦੇ ਚਾਰੋਂ ओर ਘੁੰਮਦੇ ਆ, ਜਿਵੇਂ ਧਰਤੀ ਵੀ ਘੁੰਮ ਰਹੀ ਹੈ। ਹੁਣ ਜਿਹੜਾ ਆਪਾਂ ਕਨਸੈਪਟ ਇੱਥੇ ਅਗਲਾ ਕਰਨਾ, ਦੇਖੋ ਹੈ ਕਿ ਇਹਦੇ ਨਾਲ ਹੀ ਆਪਾਂ ਬਣਾਉਂਦੇ ਆ ਕਿ ਜਿਹੜਾ ਆਪਣਾ ਸਾਊਥ ਪੋਲ, ਨਾਰਥ ਪੋਲ, ਇਹ ਸਭ ਕੁਝ ਬਣਦਾ ਹੈ। ਹੁਣ ਜੇ ਤੁਸੀਂ ਆਪਾਂ ਜਿਵੇਂ ਮੈਥ ਵਿੱਚ ਜਦੋਂ ਆਪਾਂ ਕਰਦੇ ਹਾਂ, ਦੇਖੋ ਆਹ ਜਿਹੜੀ ਲਾਈਨਾਂ ਦੇ ਵਿੱਚ ਜਿਹੜਾ ਐਂਗਲ ਬਣਿਆ, ਇਹ 90 ਡਿਗਰੀ ਦਾ ਐਂਗਲ ਬਣਿਆ। ਪਰ ਹੁਣ ਹੋਇਆ ਕੀ ਹੈ, ਥੋੜੀ ਧਰਤੀ ਜਿਹੜੀ ਹੈ ਨਾ, ਥੋੜੀ ਧਰਤੀ ਤਾਂ ਬਿਲਕੁਲ ਸਿੱਧੀ ਨਹੀਂ ਹੈ, ਧਰਤੀ ਨੇ ਟੇਢੀ ਹੋਈ ਹੋਈ ਹੈ। ਆਪਣੇ ਜਿਹੜਾ ਇਹਦਾ ਧੂਰਾ ਹੈ, ਇਹ ਧੂਰੇ ਤੋਂ ਥੋੜੀ ਜੀ ਸਾਈਡ ਨੂੰ ਹੋ ਗਈ ਹੈ। ਤਾਂ ਇਹਦੇ ਕਾਰਨ ਕੀ ਹੋਇਆ, ਆਹ ਜਿਹੜਾ ਧੂਰੇ ਜਿਹੜਾ ਇੱਥੇ ਹੋਣਾ ਚਾਹੀਦਾ ਸੀ, ਇਹ ਹੁਣ ਇਸ ਤਰੀਕੇ ਨਾਲ ਹੈ। ਤਾਂ ਆਹ ਲਾਈਨ ਇਹ ਅੱਗੇ ਨੂੰ ਇਦਾਂ ਮੂਵ ਕਰਦੀ ਜਾ ਰਹੀ ਹੈ, ਅੱਗੇ ਨੂੰ ਹੋਰ ਧਰਤੀ ਹੌਲੀ ਹੌਲੀ ਘੁੰਮਦੀ ਜਾ ਰਹੀ ਹੈ। ਇੰਨਾ ਘੁੰਮਣ ਚ ਇਹਨੂੰ ਕੀ ਕਹਿੰਦੇ, ਕਰੋੜੋ ਸਾਲ ਲੱਗ ਗਏ ਆ, ਹੋਰ ਕਰੋੜੋ ਅਰਬੋਂ ਸਾਲ ਵਿੱਚ ਘੁੰਮਦੇ ਘੁੰਮਦੇ ਇੱਥੇ ਤੱਕ ਬਿਲਕੁਲ ਉਲਟੀ ਹੋ ਜੂਗੀ ਧਰਤੀ, ਫਿਰ ਦੁਬਾਰਾ ਘੁੰਮ ਕੇ, ਤਾਂ ਇਦਾਂ ਵੀ ਘੁੰਮ ਰਹੀ ਹੈ, ਪਰ ਇਹ ਬਹੁਤ ਹੀ ਹੌਲੀ ਘੁੰਮ ਰਹੀ ਹੈ, ਕਰੋੜੋ ਸਾਲ ਸਿਰਫ ਇੰਨੀ ਕੋ ਪਹੁੰਚੀ ਹੈ। ਇਹ ਜਿੰਨੇ ਡਿਗਰੀ ਇੱਥੇ ਘੁੰਮੀ ਹੈ, ਉਹ ਹੈਗੇ ਆ 23.5 ਡਿਗਰੀ।
ਤਾਂ ਜਿਹੜਾ ਧੂਰਾ ਸੀਗਾ, ਜਿਹੜਾ ਓਰੀਜਨਲੀ ਆਪਣਾ ਧੂਰਾ ਸੀਗਾ, ਜਿਹੜਾ ਪਹਿਲਾਂ ਆਪਣਾ ਧੂਰਾ ਸੀਗਾ, ਉਹ ਤੋਂ 23.5 ਡਿਗਰੀ ਇਹ ਅੱਗੇ ਘੁੰਮ ਗਈ ਹੈ। ਇਹ 23.5 ਡਿਗਰੀ ਮੁੜ ਗਈ ਹੈ, ਟੇਢੀ ਹੋ ਗਈ ਹੈ। ਠੀਕ ਹੈ, ਇਹਦਾ ਝੁਕਾ ਆ ਗਿਆ ਇਸ ਪਾਸੇ ਨੂੰ। ਤਾਂ ਜੇ ਆਹੀ ਐਂਗਲ ਮੈਂ ਇਸ ਤਰਫੋਂ ਮੇਜਰ ਕਰਾਂ, ਜਿਹੜਾ ਆਪਣਾ ਆਰਬਿਟਲ ਪਲੇਨ ਬਣਿਆ, ਇਹ ਅੱਜ ਦਾ ਜਿਹੜਾ ਚੈਪਟਰ ਹੈ ਥੋੜਾ ਟੈਕਨੀਕਲ ਹੈ, ਧਿਆਨ ਨਾਲ ਸਮਝਿਓ। ਜੇ ਕੋਈ ਵੀ ਡਾਊਟ ਹੋਇਆ ਤਾਂ ਚਾਹੇ ਵੀਡੀਓ ਦੁਬਾਰਾ ਦੇਖ ਲਿਓ ਜਾਂ ਕਮੈਂਟਸ ਵਿੱਚ ਇਹ ਸਾਰੀ ਚੀਜ਼ ਪੁੱਛ ਲਿਓ, ਕਿਉਂਕਿ ਇਹ ਥੋੜਾ ਟੈਕਨੀਕਲ ਚੀਜ਼ ਹੈ। ਠੀਕ ਹੈ, ਸਾਰੀ ਇਹ ਕਨਸੈਪਟ ਸਮਝ ਆਉਣਾ ਬਹੁਤ ਜ਼ਰੂਰੀ ਹੈ। ਇਸ ਸਾਈਡ ਨੂੰ ਜਿਹੜਾ ਆਪਣਾ ਆਹ ਆਰਬਿਟਲ ਪਲੇਨ ਸੀਗਾ, ਇਹਦੇ ਵੱਲੋਂ ਪਾਸੋਂ ਪਹਿਲਾਂ ਦੇਖੋ 90 ਡਿਗਰੀ ਖੜਾ ਸੀ ਸਿੱਧਾ, ਹੁਣ ਕਿਉਂਕਿ ਇਹ ਲਾਈਨ ਘੁੰਮ ਗਈ ਹੈ, ਇਸ ਸਾਈਡ ਤੋਂ ਦੇਖੋ ਆਹ ਦੋਨੋਂ ਟੋਟਲ ਕਰਕੇ 90 ਡਿਗਰੀ ਬਣਦਾ, ਪਰ ਇਸ ਸਾਈਡ ਤੋਂ ਕਿਉਂਕਿ ਇੰਨੀ ਮੁੜ ਗਈ ਹੈ, ਸਾਡੇ ਤੇ ਇਸ ਸਾਈਡ ਤੋਂ ਨਾ 66.5 ਇਸ ਸਾਈਡ ਤੋਂ ਹੋ ਗਈ ਹੈ। ਤਾਂ ਦੋਨੋਂ ਸਾਈਡ ਤੋਂ ਇਦਾਂ 23.5 ਤੇ 66.5 ਇਹ ਲਾਈਨ ਤੁਹਾਡੀ ਮੁੜੀਆਂ ਹੋਈਆਂ। ਠੀਕ ਹੈ, ਤਾਂ ਤੁਹਾਨੂੰ ਨਾ ਪੇਪਰ 'ਚ ਕਈ ਵਾਰੀ ਬਹੁਤ ਹੀ ਆਸਾਨ ਕੁਐਸਚਨ ਇਹੀ ਬਣ ਕੇ ਆ ਜਾਂਦਾ ਹੁੰਦਾ ਕਿ ਤੁਹਾਡੀ ਧਰਤੀ ਦਾ ਝੁਕਾਅ ਕਿੰਨਾ ਜ਼ਿਆਦਾ ਹੈ। ਠੀਕ ਹੈ, ਧਰਤੀ ਦਾ ਝੁਕਾਅ ਕਿੰਨਾ, ਕਿਸ ਐਂਗਲ ਤੇ ਹੈ। ਪਰ ਜਦੋਂ ਤੁਸੀਂ ਇਹ ਝੁਕਾਅ ਵਾਲਾ ਕੁਐਸਚਨ ਦੇਖਣਾ, ਦੇਖੋ ਇਹ ਕੁਐਸਚਨ ਬਹੁਤ ਹੀ ਆਸਾਨ ਹੁੰਦੇ ਕਿਉਂਕਿ ਬੇਸਿਕ ਜੇ ਫੈਕਟ ਹੈ, ਪਰ ਮੁਸ਼ਕਿਲਾਂ ਕਿੱਥੇ ਆਉਂਦੀ ਹੈ ਜਦੋਂ ਆਪਾਂ ਨੂੰ ਪਤਾ ਹੁੰਦਾ ਨਾ, ਆਪਾਂ ਪੂਰਾ ਕੁਐਸਚਨ ਕਈ ਵਾਰੀ ਪੜ੍ਹਦੇ ਨਹੀਂ ਹੈ। ਝੁਕਾਅ ਕਿਸ ਸਾਈਡ ਤੋਂ ਪੁੱਛਿਆ ਜਾ ਰਿਹਾ, ਉੱਤੋਂ ਦੀ ਧੂਰੇ ਤੋਂ ਥੋੜਾ ਝੁਕਾਅ ਪੁੱਛਿਆ ਜਾ ਰਿਹਾ ਜਾਂ ਥੱਲੇ ਜਿਹੜਾ ਆਰਬਿਟਲ ਪਲੇਨ ਆ ਉਸ ਪਾਸੋਂ ਝੁਕਾਅ ਪੁੱਛਿਆ ਜਾ ਰਿਹਾ। ਕੁਐਸਚਨ ਪੂਰਾ ਪੜ੍ਹਿਓ। ਕਈ ਵਾਰੀ ਕੁਐਸਚਨ ਲਿਖਿਆ ਹੁੰਦਾ ਆਰਬਿਟਲ ਪਲੇਨ ਵੱਲੋਂ ਝੁਕਾਅ ਕਿਸ ਪਾਸੇ ਨੂੰ, ਤਾਂ ਉਹਦਾ ਆਨਸਰ 66.5 ਹੋਊਗਾ। ਜੇ ਧੂਰੇ ਵੱਲੋਂ ਆਇਆ ਤਾਂ 23.5 ਹੋਊਗਾ। ਤਾਂ ਆਪਾਂ ਨੂੰ ਆਹ ਦੋਨੋਂ ਚੀਜ਼ਾਂ ਯਾਦ ਰੱਖਣੀਆਂ ਜ਼ਰੂਰੀ ਹੈ, ਤੇ ਕੁਐਸਚਨ ਨੂੰ ਪੇਪਰ ਵੀ ਧਿਆਨ ਨਾਲ ਪੜ੍ਹਨਾ ਬਹੁਤ ਜ਼ਰੂਰੀ ਹੈ। ਦੇਖੋ ਇੱਕ ਚੀਜ਼ ਤੁਹਾਨੂੰ ਪ੍ਰੀਲਿਮਸ ਦੇ ਪੇਪਰ ਲਈ ਇੱਥੇ ਹੀ ਦੱਸਦਾ ਕਿ ਤੁਹਾਡੇ ਸਾਰੇ ਦੇ ਸਾਰਾ ਜਿਹੜਾ ਪੇਪਰ ਹੈ, ਉਹ ਜੇ ਤੁਸੀਂ ਧਿਆਨ ਨਾਲ ਕੁਐਸਚਨ ਨਹੀਂ ਪੜ੍ਹੇ ਨਾ, ਤਾਂ ਆਂਦੀ ਚੀਜ਼ ਗਲਤ ਕਰ ਦੋਗੇ। ਹਰ ਸਵਾਲ ਨੂੰ ਧਿਆਨ ਨਾਲ ਪੜ੍ਹ ਕੇ ਸੋਚਣਾ ਜ਼ਰੂਰੀ ਹੈ। ਠੀਕ ਹੈ, ਕਿ ਇਹ ਸਵਾਲ ਕਹਿਣਾ ਕੀ ਚਾਹੁੰਦਾ ਹੈ, ਤਾਂ ਉਸ ਤਰੀਕੇ ਨਾਲ ਆਪਾਂ ਸੋਚਣਾ। ਬਾਕੀ ਆਪਾਂ ਟੈਸਟ ਸੀਰੀਜ਼ ਅਟੈਂਪਟ ਕਰਦੇ ਹੋਏ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖਾਂਗੇ। ਹੁਣ ਇਹ ਹੈ ਤੁਹਾਡਾ ਜਿਹੜਾ ਧਰਤੀ ਮੰਨ ਲਓ ਇਹਨੂੰ। ਠੀਕ ਹੈ, ਹਜੇ ਆਪਾਂ ਬੇਸਿਕਸ, ਜੇ ਥੋੜੀ ਧਰਤੀ ਬਿਲਕੁਲ ਸਿੱਧੀ ਹੁੰਦੀ, ਦੇਖੋ ਅੱਜ ਮੈਂ ਬਿਲਕੁਲ ਇੱਕ ਸੈਂਟਰ ਵਿੱਚ ਲਾਈਨ ਬਣਾਵਾਂ, ਇਹਦੇ ਕਾਰਨ ਕੀ ਹੋਊਗਾ, ਦੇਖੋ ਹੁਣ ਤੁਹਾਡੇ ਦੋ ਹਿੱਸੇ ਹੋ ਗਏ। ਜੇ ਬਿਲਕੁਲ ਸੈਂਟਰ ਤੋਂ ਮੈਂ ਵੰਡਦਾ ਤੁਹਾਡੀ ਧਰਤੀ ਨੂੰ, ਤਾਂ ਇਹਦੇ ਦੋ ਹਿੱਸੇ ਹੋ ਗਏ। ਉੱਤੇ ਵਾਲੇ ਨੂੰ ਆਪਾਂ ਕਹਿ ਸਕਦੇ ਹਾਂ ਉੱਤਰੀ ਗੋਲਾਕਾਰ, ਤੇ ਥੱਲੇ ਵੱਲ ਨੂੰ ਆਪਾਂ ਕਹਿ ਸਕਦੇ ਹਾਂ ਦੱਖਣੀ ਗੋਲਾਕਾਰ। ਠੀਕ ਹੈ, ਉੱਤਰੀ ਗੋਲਾਕਾਰ, ਦੱਖਣੀ ਗੋਲਾਕਾਰ। ਹੁਣ ਜੇ ਮੈਂ ਇਹਦੇ ਉੱਤੇ ਸੂਰਜ ਦੀ ਰੋਸ਼ਨੀ ਪਾਣਾ ਸ਼ੁਰੂ ਕਰਾਂ, ਦੇਖੋ ਸੂਰਜ ਦੀ ਰੋਸ਼ਨੀ ਪਾ ਕੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਚਾਹੁੰਦਾ, ਥੋੜਾ ਵੱਡਾ ਬਣਾ ਦਾਂ। ਦੇਖੋ ਆਹ ਜਿਹੜਾ ਤੁਹਾਡਾ ਇਲਾਕਾ ਹੋਇਆ, ਬਿਲਕੁਲ ਇਸ ਕੋਨੇ ਤੇ ਆ ਤੁਹਾਡਾ ਸਾਊਥ ਪੋਲ ਹੋਇਆ, ਤੇ ਬਿਲਕੁਲ ਉੱਤੇ ਤੁਹਾਡਾ ਨਾਰਥ ਪੋਲ ਹੋਇਆ। ਤਾਂ ਇਸ ਤਰੀਕੇ ਨਾਲ ਜੇ ਇਸ ਪਾਸੇ ਨੂੰ ਮੈਂ ਇੱਕ ਸਿੱਧੀ ਲਾਈਨ ਬਣਾਉਣਾ, ਇੱਥੇ ਤੱਕ ਬਣਾਉਣਾ ਹੈ। ਸਾਊਥ ਤੇ ਵੀ ਚਲੀ ਜਾਊਗੀ, ਪਰ ਮੈਂ ਕੁਝ ਦਿਖਾਣਾ ਚਾਹੁੰਦਾ ਤਾਂ ਮੈਂ ਇੱਥੇ ਤੱਕ ਬਣਾਉਣਾ ਹੈ। ਸਾਰੀ ਧਰਤੀ ਤੇ ਜੇ ਇਦਾਂ ਰੋਸ਼ਨੀ ਆ ਰਹੀ ਹੁੰਦੀ ਤਾਂ ਇਹਦਾ ਕੀ ਅਸਰ ਪੈਣਾ ਸੀ, ਮੈਂ ਉਹ ਦਿਖਾਣਾ ਚਾਹੁੰਦਾ। ਦੇਖੋ ਜੇ ਇੱਥੇ ਤੁਸੀਂ ਧਿਆਨ ਨਾਲ ਦੇਖੋਗੇ, ਆਹ ਜਿਹੜੀ ਇੱਥੇ ਰੋਸ਼ਨੀ ਹੈ, ਜਿਵੇਂ ਸਾਰਾ ਏਰੀਆ ਇੱਥੇ ਤੱਕ ਕਿਉਂਕਿ ਰੋਸ਼ਨੀ ਫੈਲੂਗੀ, ਤਾਂ ਇੰਨੀ ਧਰਤੀ ਉੱਤੇ ਆ ਕੱਲੀ ਲਾਈਟ ਤੋਂ ਰੋਸ਼ਨੀ ਆ ਰਹੀ ਹੈ। ਸੇਮ ਚੀਜ਼ ਇੱਥੇ ਵੀ ਜੇ ਤੁਸੀਂ ਦੇਖੋਗੇ, ਚਲੋ ਲਾਈਨ ਮੈਂ ਥੋੜੀ ਅੱਗੇ ਲੈ ਗਈ, ਇਹਨੂੰ ਥੋੜੀ ਪਿੱਛੇ ਕਰ ਦਿੰਨੇ ਆ, ਇਦਾਂ ਬਣਾ ਦਿੰਨੇ ਆ। ਏਡੇ ਏਰੀਆ ਸਿਰਫ ਇਸ ਲਾਈਟ ਤੋਂ ਰੋਸ਼ਨੀ ਆ ਰਹੀ ਹੈ। ਪਰ ਜੇ ਆਹੀ ਵਿੱਚ ਵਾਲਾ ਏਰੀਆ ਦੇਖੋਗੇ, ਆ ਇਹਦੇ ਦੋਨੋਂ ਕੋਨੇ ਇੱਥੋਂ ਦੀ ਵੀ ਦੇਖਾਂ, ਆ ਇੰਨਾ ਕੋਈ ਏਰੀਆ। ਹੁਣ ਇਸ ਏਰੀਆ ਨੂੰ ਤੁਸੀਂ ਕੋਈ ਵੀ ਨਾਮ ਦੇ ਲਓ, ਚਲੋ ਇਹ ਨਾਮ ਦੇ ਲੈਂਦੇ ਆ। ਤੇ ਆ ਜਿਹੜੇ ਸਾਈਡ ਵਾਲੇ ਦੋਨੋਂ ਪੋਲ ਵਾਲੇ ਇਲਾਕੇ ਹੋ ਗਏ, ਇਹਨੂੰ ਆਪਾਂ ਬੀ ਕਹਿ ਲੈਂਦੇ ਆ।
ਹੁਣ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਜਿਹੜਾ ਤੁਹਾਡਾ ਏ ਵਾਲਾ ਇਲਾਕਾ ਇੱਕ ਛੋਟੇ ਜਿਹੇ ਇਲਾਕੇ ਤੇ ਸਾਰੀ ਆਹ ਕੱਲੀ ਲਾਈਟ ਆ ਇੰਨੇ ਕੋਈ ਇਲਾਕੇ ਤੇ ਫੋਕਸਡ ਹੈ, ਇੰਨੇ ਕੋਈ ਇਲਾਕੇ ਤੇ ਹੀ ਸਾਰੀ ਲਾਈਟ ਆਈ ਹੋਈ ਹੈ। ਜੇ ਆਹ ਦੋਨੋਂ ਬੀ ਸਾਈਡ ਦੇਖੋਗੇ ਆਹ ਲਾਈਟ ਉਨੀ ਹੈ ਜਿੰਨੀ ਏ ਤੇ ਲਾਈਟ ਆਈ ਸੀ, ਉਹੀ ਲਾਈਟ ਇੱਥੇ ਹੈ। ਠੀਕ ਹੈ, ਦੇਖੋ ਦੋਨੋਂ ਐਰੋ ਦੇ ਕੋਨੇ ਹੀ ਮੈਂ ਕੰਸੀਡਰ ਕੀਤੇ ਆ, ਪਰ ਇਹਦਾ ਏਰੀਆ ਦੇਖੋ, ਇਹਦਾ ਏਰੀਆ ਕਿੱਡਾ ਵੱਡਾ ਹੈ। ਠੀਕ ਹੈ, ਇਹਨੇ ਏਰੀਆ ਕਿੱਡਾ ਵੱਡਾ ਕੰਸੀਡਰ ਕੀਤਾ ਤੇ ਇੱਥੇ ਕਿੰਨਾ ਛੋਟਾ ਹੋ ਗਿਆ। ਹੁਣ ਇਹ ਚੀਜ਼ ਕੀ ਹੈ ਕਿ ਦੇਖੋ ਆਪਾਂ, ਤੁਸੀਂ ਛੋਟੇ ਹੁੰਦੇ ਐਕਸਪੈਰੀਮੈਂਟ ਵੀ ਕਰਦੇ ਰਹੇ ਹੋਗੇ, ਜਦੋਂ ਜਿਹੜੀ ਆਪਣੀ ਟਾਰਚ ਹੁੰਦੀ ਹੈ, ਟਾਰਚ ਨੂੰ ਜੇ ਤੁਸੀਂ ਹੱਥ ਦੇ ਬਿਲਕੁਲ ਕੋਲੇ ਲੈ ਕੇ ਆਉਂਦੇ ਸੀ ਉਹ ਬਿਲਕੁਲ ਚਮਕ ਰਹੀ ਹੁੰਦੀ ਸੀ, ਤੇ ਜੇ ਟਾਰਚ ਵੱਡੀ ਹੈ ਤਾਂ ਤੁਹਾਡੇ ਹੱਥ ਤੇ ਗਰਮੀ ਵੀ ਮਹਿਸੂਸ ਹੋਣ ਲੱਗ ਜਾਊਗੀ ਕਿਉਂਕਿ ਤੁਸੀਂ ਸਿੱਧੀ ਲਾਈਟ ਉਤੇ ਮਾਰ ਰਹੇ ਹੋ। ਪਰ ਉਹੀ ਟਾਰਚ ਨੂੰ ਮੈਂ ਆਸ-ਪਾਸ ਜੇ ਕਮਰੇ 'ਚ ਮਾਰਾਂ, ਕਮਰੇ 'ਚ ਗਰਮੀ ਥੋੜੀ ਹੁੰਦੀ ਹੈ, ਸਿਰਫ ਰੋਸ਼ਨੀ ਹੋ ਪਾਉਂਦੀ ਹੈ। ਕਿਉਂ? ਕਿਉਂਕਿ ਰੋਸ਼ਨੀ ਬਹੁਤ, ਜਦੋਂ ਮੈਂ ਟਾਰਚ ਜਿੱਦਾਂ ਕਮਰੇ 'ਚ ਮਾਰ ਰਿਹਾ ਤਾਂ ਬਹੁਤ ਵੱਡੇ ਲੈਵਲ ਤੇ ਉਹ ਲਾਈਟ ਬਸ ਫੈਲ ਰਹੀ ਹੈ, ਤਾਂ ਉਹਦੀ ਕੋਈ ਗਰਮੀ ਨਹੀਂ ਲੱਗ ਰਹੀ। ਪਰ ਜੇ ਮੈਂ ਕਿਸੇ ਜਗ੍ਹਾ ਤੇ ਬਿਲਕੁਲ ਸਿੱਧੀ ਲਾਈਟ ਮਾਰੂੰਗਾ, ਉਸ ਜਗ੍ਹਾ ਤੇ ਰੋਸ਼ਨੀ ਤੇ ਗਰਮੀ ਦੋਨੋਂ ਮਹਿਸੂਸ ਹੋਣਗੇ ਕਿਉਂਕਿ ਉਹ ਲਾਈਟ ਸਿੱਧੀ ਜਾ ਕੇ ਟਕਰਾ ਰਹੀ ਹੈ। ਇੱਥੇ ਜਦੋਂ ਲਾਈਟ ਬਹੁਤ ਵੱਡੇ ਏਰੀਆ 'ਚ ਆਪਾਂ ਫੈਲਾਤੀ, ਉਦੋਂ ਫੈਲ ਤਾਂ ਜਾਊਗੀ ਪਰ ਉਹ ਗਰਮੀ ਨਹੀਂ ਕਰੂਗੀ। ਇਹੀ ਕਾਰਨ ਪੈਂਦਾ, ਇੱਕ ਸਭ ਤੋਂ ਵੱਡਾ ਜਿਹੜਾ ਆਪਣਾ ਹੁਣ ਪਹਿਲਾ ਫੈਕਟ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈ, ਉਹ ਆ ਕਿ ਜਿਹੜੇ ਧਰਤੀ ਦਾ ਸੈਂਟਰ ਵਾਲਾ ਇਲਾਕਾ ਹੈ, ਜਿਹੜਾ ਆਹ ਵਾਲਾ ਏਰੀਆ ਹੋਇਆ, ਇੱਥੇ ਆਪਣੇ ਆਪ ਹੀ ਇਹਦੇ ਦੋਨੋਂ ਆਸ-ਪਾਸ ਦਾ ਆਹ ਜਿਹੜਾ ਏਰੀਆ ਹੈ, ਮਤਲਬ ਇੱਥੇ ਵੀ ਕਿਉਂਕਿ ਸੂਰਜ ਦੀਆਂ ਲਾਈਟਾਂ ਬਿਲਕੁਲ ਸਿੱਧੀ ਆ ਰਹੀ ਹੋਊਗੀ ਥੋੜੀ ਥੋੜੀ, ਤਾਂ ਇੱਥੇ ਸਭ ਤੋਂ ਜ਼ਿਆਦਾ ਗਰਮੀ ਪੈਂਦੀ ਆ। ਪਰ ਕਿਉਂਕਿ ਜਿਹੜੇ ਆਹ ਸਾਈਡ ਵਾਲੇ ਆ, ਇੱਥੇ ਰੋਸ਼ਨੀ ਵੰਡੀ ਗਈ, ਆਹ ਏਰੀਆ ਤੁਹਾਡੇ ਠੰਡੇ ਰਹਿੰਦੇ ਆ। ਉਹਨਾਂ ਦੇ ਠੰਡੇ ਰਹਿਣ ਦਾ ਇੱਕ ਕਾਰਨ, ਹੋਰ ਵੀ ਕਾਰਨ ਉਹ ਵੀ ਅੱਗੇ ਦੱਸਦਾ, ਇੱਕ ਕਾਰਨ ਇਹ ਆ ਕਿ ਤੁਹਾਡੀ ਰੋਸ਼ਨੀ ਏਡੇ ਵੱਡੇ ਏਰੀਆ ਵਿੱਚ ਵੰਡੀ ਜਾਂਦੀ ਹੈ ਤੇ ਇੱਥੇ ਸੂਰਜ ਕਦੀ ਵੀ ਸਿਰ ਦੇ ਉੱਤੇ ਨਹੀਂ ਹੁੰਦਾ, ਕਿਉਂਕਿ ਆਹ ਦੇਖੋ ਅਰਥ ਜਿਹੜੀ ਆਪਣੀ ਧਰਤੀ ਆ ਉਹ ਇੱਥੋਂ ਟੇਢੀ ਹੋ ਗਈ ਨਾ, ਟੇਢੀ ਹੋਣ ਕਾਰਨ ਸੂਰਜ ਕਦੀ ਵੀ ਸਿਰ ਦੇ ਉੱਤੇ ਨਹੀਂ ਆਉਂਦਾ। ਇੱਥੇ ਜਿਹੜੇ ਲੋਕ ਰਹਿੰਦੇ, ਜਿੰਨਾ ਤੁਸੀਂ ਸੈਂਟਰ ਦੇ ਇੱਥੇ ਵਿੱਚ ਰਹਿੰਦੇ ਹੋ, ਤੁਹਾਡਾ 12 ਵਜੇ ਜਿਹੜਾ ਜਦੋਂ ਧੁੱਪ ਨਿਕਲਦੀ ਹੈ ਉਹ ਬਿਲਕੁਲ ਸਿਰ ਦੇ ਉੱਤੇ ਹੁੰਦੀ ਹੈ, ਤਾਂ ਜਿੰਨਾ ਉੱਤੇ ਉੱਤੇ ਨੂੰ ਜਾਈ ਜਾਓਗੇ ਤੁਹਾਡਾ ਸੂਰਜ ਥੋੜਾ ਜਿਹਾ ਸਾਈਡ ਤੇ ਜਾਂਦਾ ਜਾਊਗਾ ਤੇ ਉਹ ਤੁਹਾਡੇ ਬਿਲਕੁਲ ਸਿਰ ਦੇ ਉੱਤੇ ਨਹੀਂ ਰਹਿੰਦਾ। ਤੇ ਇਸ ਤਰੀਕੇ ਨਾਲ ਇਹ ਸਾਰੀ ਚੀਜ਼ਾਂ ਮੈਂ ਹੁਣੇ ਥੋੜਾ ਟਾਈਮ ਚ ਫੇਰ ਉਸ ਚੀਜ਼ ਦੇ ਉੱਤੇ ਕਰਦਾ। ਜੇ ਇਹ ਡਾਇਗਰਾਮ ਹੈ, ਜੇ ਤੁਹਾਡੀ ਧਰਤੀ ਸਿੱਧੀ ਹੁੰਦੀ, ਪਰ ਹੁਣ ਤੁਹਾਡੀ ਧਰਤੀ ਦਾ ਐਕਚੁਅਲ ਫੈਕਟ ਜਿਵੇਂ ਆਪਾਂ ਬਣਾਇਆ, ਤੁਹਾਡੀ ਧਰਤੀ ਸਿੱਧੀ ਨਹੀਂ ਹੈਗੀ। ਆ ਜੇ ਤੁਹਾਡੀ ਧਰਤੀ ਹੈ, ਤੁਹਾਡੀ ਧਰਤੀ ਹੋਈ ਹੈ ਟੇਢੀ, ਉਹਦਾ ਸੈਂਟਰ ਇਦਾਂ ਟੇਢਾ ਦਿਖੂਗਾ। ਠੀਕ ਹੈ, ਤੇ ਇੱਥੇ ਨਾਰਥ ਤੇ ਸਾਊਥ ਪੋਲ ਵੀ ਟੇਢੇ ਹੋਣਗੇ। ਹੁਣ ਇਸੇ ਨੂੰ ਆਪਾਂ ਵੱਡੇ ਸਕੇਲ ਦੇ ਲੈਵਲ ਤੇ ਦੇਖਦੇ ਹਾਂ, ਜਦੋਂ ਚਾਰੋਂ ओर ਸੂਰਜ ਦੇ ਚੱਕਰ ਮਾਰ ਕੇ ਆਉਂਦੀ ਹੈ ਤੁਹਾਡੀ ਧਰਤੀ, ਉਦੋਂ ਕੀ ਹੁੰਦਾ ਉਹਨੂੰ ਵੀ ਆਪਾਂ ਨਾਲ ਨਾਲ ਦੇਖਾਂਗੇ ਕਿਉਂਕਿ ਆਪਾਂ ਉਹ 'ਚ ਕੁਝ ਚੀਜ਼ਾਂ ਸਮਝਣੀਆਂ। ਆ ਤੁਹਾਡੇ ਸੂਰਜ ਦੇ ਚਾਰੋਂ ओर ਧਰਤੀ ਘੁੰਮ ਰਹੀ ਹੈ, ਇਸ ਪਾਸੇ ਆਹ ਤੁਹਾਡੀ ਧਰਤੀ ਐਗਜ਼ੈਕਟਲੀ ਸੇਮ ਦੂਜੇ ਪਾਸੇ ਨੂੰ ਉਹਨੇ ਕੋ ਸਾਈਜ਼ ਦੀ ਰੱਖਣ ਦੀ ਕੋਸ਼ਿਸ਼ ਕਰੀਏ। ਠੀਕ ਹੈ, ਉੱਥੇ ਇੱਧਰ ਵੀ ਥੋੜੀ ਧਰਤੀ ਤੇ ਕਦੀ ਉੱਧਰ ਵੀ ਹੋਊਗੀ ਚਾਰੋਂ ओर, ਕਿਉਂਕਿ ਘੁੰਮ ਕੇ ਆ ਰਹੀ ਹੈ, ਚੱਕਰ ਲਾ ਕੇ ਆ ਰਹੀ ਹੈ, ਤਾਂ ਕਦੀ ਨਾ ਕਦੀ ਇਹ ਪੂਰਾ ਇਦਾਂ ਚੱਕਰ ਮਾਰੂਗੀ। ਹੁਣ ਇਹਦੇ ਕਾਰਨ ਕੀ ਹੋਊਗਾ, ਅਜੇ ਮੈਂ ਤੁਹਾਨੂੰ ਦੱਸਿਆ ਵਿੱਚੋਂ ਦੀ ਨਿਕਲ ਕੇ ਤਾਂ ਸਾਰਾ ਇਹ ਇੱਕ ਆਰਬਿਟਲ ਪਲੇਨ ਹੋਇਆ ਤੁਹਾਡਾ, ਜਿੱਥੇ ਚਾਰੋਂ ओर ਘੁੰਮ ਕੇ ਆ ਰਹੀ ਹੈ। ਹੁਣ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਧਰਤੀ ਤੁਹਾਡੀ ਸਿੱਧੀ ਨਹੀਂ ਹੈ, ਟੇਢੀ ਹੈ, ਆਪਾਂ ਟੇਢੀ ਦਿਸ਼ਾ ਇਦਾਂ ਬਣਾ ਦਿੰਨੇ ਆ। ਇਸ डायग्राम च बन गई, इस डायग्राम च एक डायग्राम ते आह डायग्राम च। हुण देखो ਆਪਾਂ ਉੱਤੇ ਵਾਲਾ ਏਰੀਆ ਉੱਤਰ ਲਿਖਿਆ ਸੀ, ਉਹਨੂੰ ਆਪਾਂ ਇੱਥੇ ਆਪਾਂ ਲਿਖਣ ਲਈ ਸਿਰਫ ਊੜਾ ਪਾ ਦਿੰਨੇ ਆ, ਉੱਤਰ ਵਾਲਾ ਤੇ ਥੱਲੇ ਦੱਖਣ, ਉੱਤਰ ਦੱਖਣ, ਉੱਤਰ ਦੱਖਣ, ਉੱਤਰ ਦੱਖਣ। ਠੀਕ ਹੈ, ਜਿਹੜਾ ਅੱਧਾ ਹਿੱਸਾ ਉੱਤੇ ਵਾਲਾ ਹੋਇਆ ਉੱਤਰ ਹੋਇਆ, ਜਿਹੜਾ ਥੱਲੇ ਵਾਲਾ ਹਿੱਸਾ ਹੋਇਆ ਉਹ ਦੱਖਣ ਹੋਇਆ। ਠੀਕ ਹੈ, ਹੁਣ ਇਹ ਜਿਹੜਾ ਹੈਗਾ ਦੇਖੋ ਇੱਥੋਂ ਦੀ, ਜੇ ਮੈਂ ਤੁਹਾਡੀ ਇਸ ਪੁਆਇੰਟ ਤੋਂ ਬਿਲਕੁਲ ਸਿੱਧੀ ਸੂਰਜ ਦੀ ਲਾਈਟ ਮਾਰਾਂ, ਤੁਸੀਂ ਧਿਆਨ ਦਿਓ ਕਿ ਇਹ ਕਿਹੜੇ ਵਾਲੇ ਹਿੱਸੇ ਤੇ ਜਾ ਕੇ ਗਿਰਦੀ ਆ। ਤਾਂ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹ ਉੱਤਰੀ ਹਿੱਸੇ ਤੇ ਜਾ ਕੇ, ਆ ਦੇਖੋ ਇੱਥੇ ਪੂਰੀ ਤਾਂ ਲਾਈਨ ਬਣਾ ਦਿੰਦੀ ਹੈ ਕਿ ਇੱਥੇ ਤੱਕ ਹੀ ਜਾ ਰਹੀ ਹੈ। ਜੇ ਇਹੀ ਲਾਈਨ ਮੈਂ ਦੂਜੇ ਪਾਸੇ ਨੂੰ ਬਣਾਵਾਂ,
हुणे तुहानूं इत्थों टाइम समझ आउण लग जाऊगा मैं कर की रिहा। ਤਾਂ ਇੱਥੇ ਇੱਕ ਤੁਹਾਡਾ ਇੱਥੇ ਤੁਹਾਡੀ ਕਿਦਾਂ ਲਾਈਨ ਬਣ ਜਾਊਗੀ ਜਿੱਥੇ ਤੱਕ ਜਾ ਰਹੀ ਹੈ। ਦੇਖੋ ਹੁਣ ਜਿਹੜੀ ਆ ਅੰਡਾਕਾਰ ਸ਼ੇਪ ਆ ਆਪਣੀ ਇੱਥੇ, ਇਹਦੇ ਕਾਰਨ ਹੋਇਆ ਕੀ ਹੈ, ਜਿਹੜੇ ਆਹ ਬਿਲਕੁਲ ਆਹ ਵਾਲੇ ਪੁਆਇੰਟ ਬਣ ਗਏ ਨਾ ਦੋਨੋਂ ਪਾਸੇ, ਆ ਜਿਹੜੇ ਕੋਨੇ ਬਣ ਗਏ, ਇਹ ਕਿਉਂਕਿ ਤਿੱਖੇ ਆ, ਮਤਲਬ ਇੱਥੋਂ ਦੀ ਧਰਤੀ ਨੇ ਇੱਥੇ ਤੱਕ ਜਾਣਾ, ਫਿਰ ਘੁੰਮ ਕੇ ਵਾਪਸ ਆਣਾ, ਇੱਥੇ ਤੱਕ ਜਾਣਾ, ਫਿਰ ਘੁੰਮ ਕੇ ਵਾਪਸ ਆਣਾ, ਤਾਂ ਬਿਲਕੁਲ ਐਂਡ ਵਾਲੇ ਪੁਆਇੰਟ ਬਣ ਗਏ ਆ। ਤਾਂ ਇਹਨਾਂ ਨੂੰ ਆਪਾਂ ਨਾਮ ਦੇ ਲੈਂਦੇ ਆ ਤਾਂ ਕਿ ਉਦੋਂ ਪਹਿਲਾਂ ਆਪਾਂ ਕਨਫਿਊਜ਼ ਨਾ ਹੋਈਏ। ਇਸ ਪੁਆਇੰਟ ਨੂੰ ਆਪਾਂ ਨਾਮ ਦੇ ਦਿੰਦੇ ਆ A, ਇਹਨੂੰ ਨਾਮ ਦੇ ਦਿੰਦੇ ਆ B, ਇਹਨੂੰ ਨਾਮ ਦੇ ਦਿੰਦੇ ਆ C, ਤੇ ਇਹਨੂੰ ਨਾਮ ਦੇ ਦਿੰਦੇ ਆ ਤੁਹਾਡਾ D। ਠੀਕ ਹੈ, ਅਲਫਾਬੈਟ ਇੱਥੇ ਆਪਾਂ ਅੰਗਰੇਜ਼ੀ ਦਾ ਯੂਜ਼ ਕਰ ਲੈਂਦੇ ਆ। A B C D ਆ ਤੁਹਾਡੇ 4 ਜਗ੍ਹਾਵਾਂ ਹੋ ਗਈਆਂ ਜਦੋਂ ਪੂਰਾ ਚੱਕਰ ਤੁਹਾਡੀ ਧਰਤੀ ਸੂਰਜ ਦੇ ਚਾਰੋਂ ਲਾ ਰਹੀ ਹੈ। ਹੁਣ A ਪੁਆਇੰਟ ਤੇ ਤੁਸੀਂ ਦੇਖੋਗੇ A ਤੋਂ ਉੱਤੇ ਨਹੀਂ ਜਾਂਦਾ ਸੂਰਜ, ਇੱਥੇ ਤੱਕ ਹੀ ਰਹਿੰਦਾ। B ਨੂੰ ਦੇਖੋਗੇ ਤੁਹਾਡਾ ਸੂਰਜ ਇੱਥੇ ਤੱਕ ਜਾਂਦਾ, A ਤੋਂ ਥੱਲੇ ਨਹੀਂ ਜਾਂਦਾ। ਤਾਂ ਹੁਣ ਵੈਸੇ ਤੁਸੀਂ ਆਹ A ਪੁਆਇੰਟ ਤੋਂ B ਪੁਆਇੰਟ ਤੱਕ ਦੇਖੋਗੇ, ਯਾਨੀ ਕਿ ਤੁਹਾਡਾ ਸੂਰਜ ਇਸ ਤਰੀਕੇ ਤੇ ਧਰਤੀ ਨੇ ਨਜ਼ਰ ਆਊਗਾ ਕਿ ਮੈਕਸਿਮਮ ਇੰਨਾ ਉੱਤੇ ਜਾ ਰਿਹਾ ਤੇ ਥੱਲੇ ਇੰਨਾ ਜਾ ਰਿਹਾ। ਇਹਦੇ ਵਿੱਚ ਆ ਸੈਂਟਰ ਵਾਲਾ ਪੁਆਇੰਟ ਹੈ, ਯਾਨੀ ਕਿ ਸੂਰਜ ਆ ਵਿੱਚ ਵਾਲੇ ਏਰੀਆ ਦੇ ਵਿੱਚ ਰਹਿੰਦਾ, ਹੋਰ ਕਿਤੇ ਨਹੀਂ ਜਾਂਦਾ। ਠੀਕ ਹੈ, ਜਾਂ ਤਾਂ ਉੱਤੇ ਵਾਲੇ ਏਰੀਆ ਤੱਕ ਜਾਊਗਾ ਜਾਂ ਥੱਲੇ ਵਾਲੇ ਤੱਕ ਜਾਊਗਾ। ਆਹ ਉੱਤੇ ਵਾਲੀ ਯਾਨੀ ਕਿ A ਵਾਲੀ ਲਾਈਨ ਜਿਹੜੀ ਮੈਂ ਬਣਾਈ ਹੈ, ਤੇ ਆਹ ਥੱਲੇ ਵਾਲੀ ਜਿਹੜੀ B ਲਾਈਨ ਮੈਂ ਬਣਾਈ ਹੈ। ਇਸ ਤਰੀਕੇ ਨਾਲ ਤੁਹਾਡੀ ਸਾਰੀ ਦੀ ਸਾਰੀ ਇਸ ਵਿੱਚ ਵਾਲੇ ਏਰੀਆ 'ਚ ਰਹਿੰਦਾ, ਨਾ ਇਹ ਤੋਂ ਉੱਤੇ ਨਾ ਇਹ ਤੋਂ ਥੱਲੇ। ਹੁਣ ਇਸ ਚੀਜ਼ ਨੂੰ ਮੈਂ ਤੁਹਾਨੂੰ ਇੱਥੇ ਡਰਾ ਵੀ ਕਰਕੇ ਦਿਖਾਣਾ, ਇਹ ਹੁੰਦਾ ਕੀ ਹੈ ਬਾਕੀ ਚੀਜ਼ਾਂ। ਠੀਕ ਹੈ, ਹੁਣ ਤੁਹਾਡਾ ਸੂਰਜ ਮੈਂ ਇਸ ਸਾਈਡ ਤੋਂ ਬਣਾ ਰਿਹਾ, ਯਾਨੀ ਕਿ ਇਹ ਜਿਹੜਾ ਡਾਇਗਰਾਮ ਹੈ ਪਹਿਲਾਂ ਮੈਂ B ਵਾਲਾ ਡਾਇਗਰਾਮ ਬਣਾਉਣ ਲੱਗਿਆ ਕਿ ਇਸ ਸਾਈਡ ਤੋਂ ਸੂਰਜ ਦੀ ਲਾਈਟ ਆ ਰਹੀ ਹੈ। ਠੀਕ ਹੈ, ਹੁਣ ਸੂਰਜ ਦੀ ਲਾਈਟ ਧਿਆਨ ਨਾਲ ਦੇਖਿਓ, ਇੱਥੇ ਆ ਦੇਖੋ ਬਿਲਕੁਲ ਆਹ ਜਿਹੜਾ ਸਾਊਥ ਪੋਲ ਆ ਉੱਥੇ ਵੀ ਆ ਗਈ ਲਾਈਟ। ਇਦਾਂ ਹੀ ਮੈਂ ਉੱਤੇ ਵੀ ਲਾਈਨ ਬਣਾਉਂਦਾ ਜਾਵਾਂ, ਕੋਲੇ ਕੋਲੇ ਬਣਾਣੇ ਜਾਂਦੇ ਆ ਤਾਂ ਕਿ ਆਪਾਂ ਇੱਕ ਚੀਜ਼ ਦੇਖ ਸਕੀਏ। ਹੁਣ ਆਹ ਲਾਈਨ ਨੂੰ ਦੇਖੋ, ਮੈਂ ਜਿੰਨਾ ਮਰਜ਼ੀ ਇਹਨੂੰ ਕੋਲੇ ਲਿਆਵਾਂ ਪਰ ਇਹ ਜਿਹੜਾ ਹੈਗਾ ਹਨਾ ਨਾਰਥ ਪੋਲ ਤੇ ਰੋਸ਼ਨੀ ਨਹੀਂ ਆ ਰਹੀ, ਨਾਰਥ ਪੋਲ ਤੇ ਕੋਈ ਰੋਸ਼ਨੀ ਨਹੀਂ ਹੈ। ਇਹੀ ਚੀਜ਼ ਹੈ ਕਿ ਦੇਖੋ ਜਦੋਂ ਜਿਹੜਾ ਆਹ ਤੁਹਾਡੇ ਝੁਕਾ ਆ ਗਿਆ ਨਾ, ਜਿਹੜੀ ਤੁਹਾਡੀ ਧਰਤੀ ਝੁਕੀ ਹੋਈ ਹੈ ਇੱਕ ਪਾਸੇ ਨੂੰ, ਇਹਦੇ ਕਾਰਨ ਕੀ ਹੁੰਦਾ, ਇੱਕ ਪੋਲ ਤੇ ਜਦੋਂ ਰੋਸ਼ਨੀ ਹੁੰਦੀ ਹੈ ਦੂਜੇ ਪੋਲ ਤੇ ਬਿਲਕੁਲ ਹਨੇਰਾ ਹੋਇਆ ਪਿਆ ਹੁੰਦਾ ਹੈ। ਜਿਹੜੀ ਸਾਈਡ ਝੁਕੀ ਹੋਈ ਹੈ, ਜਿਵੇਂ ਇਸ ਡਾਇਗਰਾਮ ਦੀ ਜੇ ਮੈਂ ਗੱਲ ਕਰਾਂ, ਇਸ ਸਾਈਡ ਤੇ ਤੁਹਾਡਾ ਜਿਹੜਾ ਦੱਖਣੀ ਹਿੱਸਾ ਹੈ ਇਹ ਝੁਕਿਆ ਹੋਇਆ ਸੂਰਜ ਵੱਲ ਨੂੰ, ਤਾਂ ਇਸ ਪਾਸੇ ਨੂੰ ਤੇ ਇੱਥੇ ਤੁਹਾਡਾ ਇੱਕ ਮੈਕਸਿਮਮ ਪੁਆਇੰਟ ਬਣ ਜਾਊਗਾ। ਲੈਟਸ ਸਪੋਜ਼ ਆ ਮੰਨ ਲੈਂਦੇ ਹਾਂ ਕਿ ਇੱਥੇ ਤੁਹਾਡਾ ਸੂਰਜ ਫਿਰ ਰਿਹਾ ਹੈ। ਇਹ ਮੈਂ ਤੁਹਾਨੂੰ ਜਿਵੇਂ ਦੱਸਿਆ ਮੈਂ B ਵਾਲਾ ਡਾਇਗਰਾਮ ਬਣਾ ਰਿਹਾ, ਆ ਮੈਕਸਿਮਮ ਵਾਲਾ ਪੁਆਇੰਟ ਬਣ ਗਿਆ ਕਿਉਂਕਿ ਇੱਥੋਂ ਦੀ ਸੂਰਜ ਵੱਲ ਨੂੰ ਆਹ ਸਾਊਥ ਪੋਲ ਝੁਕਿਆ ਹੋਇਆ, ਤਾਂ ਇੱਥੇ ਤੁਹਾਡੀ ਇਸ ਟਾਈਮ ਲਾਈਟ ਪੈ ਰਹੀ ਹੈ। ਨਾਰਥ ਵਾਲਾ ਤੁਹਾਡਾ ਉੱਤਰੀ ਹਿੱਸਾ ਬਿਲਕੁਲ ਦੂਰ ਹੋਇਆ ਹੋਇਆ, ਇੱਥੇ ਜਿਹੜਾ ਨਾਰਥ ਪੋਲ ਹੈ ਉੱਥੇ ਕੋਈ ਰੋਸ਼ਨੀ ਨਹੀਂ ਆ ਰਹੀ, ਉੱਥੇ ਬਿਲਕੁਲ ਹਨੇਰਾ ਹੋਇਆ ਪਿਆ। ਠੀਕ ਹੈ, ਥੋੜਾ ਟੈਕਨੀਕਲ ਚੀਜ਼ ਹੈ, ਧਿਆਨ ਨਾਲ ਸਮਝਿਓ, ਨਹੀਂ ਤਾਂ ਦੁਬਾਰਾ ਵੀ ਇਸ ਚੀਜ਼ ਨੂੰ ਦੇਖ ਲਿਓ ਕਲੀਅਰ ਕਰਨ ਲਈ। ਇਹੀ ਚੀਜ਼ ਹੁਣ ਜੇ ਮੈਂ ਦੂਜੇ ਡਾਇਗਰਾਮ 'ਚ ਦੇਖਾਂ, ਦੇਖੋ ਇਸ ਸਾਈਡ ਤੇ ਨਾਰਥ ਪੋਲ ਸੂਰਜ ਵੱਲ ਨੂੰ ਝੁਕਿਆ ਹੋਇਆ, ਤਾਂ ਨਾਰਥ ਪੋਲ ਤੇ ਰੋਸ਼ਨੀ ਹੋਊਗੀ, ਸਾਊਥ ਪੋਲ ਦੂਰ ਹੋਇਆ ਹੋਇਆ, ਤਾਂ ਇਸ ਕਾਰਨ ਸਾਊਥ ਪੋਲ ਤੇ ਲਾਈਟ, ਦੱਖਣੀ ਵਾਲੇ ਪਾਸੇ ਲਾਈਟ ਘਟ ਜਾਊਗੀ। ਤੇ ਇਹਦੇ ਕਾਰਨ ਹੁੰਦਾ ਕੀ ਹੈ, ਦੇਖੋ ਜਿਹੜੇ ਆਹ ਤੁਹਾਡੇ ਹੁਣ A ਤੇ B ਦੀ ਪੋਜੀਸ਼ਨ ਹੈ, ਇਹ ਬਿਲਕੁਲ ਹੀ ਆਪੋਜ਼ਿਟ ਚੀਜ਼ ਹੈ। ਜਿਸ ਸਾਈਡ ਤੇ ਧੁੱਪ ਹੁੰਦੀ ਹੈ ਨਾ, ਜਿਸ ਸਾਈਡ ਤੇ ਝੁਕਾਵ ਹੁੰਦਾ ਹੈ, ਹਮੇਸ਼ਾ ਉਸੇ ਸਾਈਡ ਤੇ ਤੁਹਾਡੀ ਜਿਹੜੀ ਹੈ ਗਰਮੀਆਂ ਚੱਲ ਰਹੀਆਂ ਹੁੰਦੀਆਂ। ਜਿਹੜੇ ਆ ਦੱਖਣੀ ਤੇ ਉੱਤਰੀ ਹਿੱਸਾ ਹੈ ਉਹ ਇਸ ਤਰੀਕੇ ਨਾਲ ਕੰਮ ਕਰਦੇ ਆ ਕਿ ਇੱਕ ਪਾਸੇ ਜਿਸ ਪਾਸੇ ਸੂਰਜ ਹੋਊਗਾ ਉਸ ਪਾਸੇ ਗਰਮੀਆਂ ਦਾ ਮੌਸਮ ਹੋਊਗਾ, ਜਿਹੜੇ ਦੂਜੇ ਪਾਸੇ ਹੋਊਗਾ ਉੱਥੇ ਬਿਲਕੁਲ ਹੀ ਸਰਦੀਆਂ ਦਾ ਮੌਸਮ ਹੋਊਗਾ। ਤਾਂ ਜਿਹੜਾ ਇੱਕ ਤਾਂ ਤੁਹਾਡਾ ਚੱਕਰ ਕੱਟਣਾ ਤੇ ਉਹਦੇ ਨਾਲ ਜਿਹੜਾ ਤੁਹਾਡਾ ਧਰਤੀ ਦਾ ਝੁਕਾਵ ਹੈ, ਇਹ ਦੋਨੋਂ ਚੀਜ਼ਾਂ ਮਿਲ ਕੇ ਤੁਹਾਡੇ ਜਿਹੜੇ ਮੌਸਮ ਬਦਲਦੇ ਆਪਣੇ, ਉਹ ਇਸੇ ਕਾਰਨ ਬਦਲਦੇ ਕਿ ਸਰਦੀ ਗਰਮੀ, ਜਿਸ ਪਾਸੇ ਸੂਰਜ ਗਿਆ ਹੋਇਆ ਉਸ ਪਾਸੇ ਗਰਮੀ ਹੋਊਗੀ, ਜਿਹੜਾ ਪਾਸਾ ਦੂਰ ਹੋਇਆ ਹੋਇਆ ਸੂਰਜ ਤੋਂ ਉਸ ਪਾਸੇ ਠੰਡ ਹੋਊਗੀ। ਠੀਕ ਹੈ, ਇਸ ਤਰੀਕੇ ਨਾਲ ਤੁਹਾਡੀ ਸਾਰੀ ਦੀ ਸਾਰੀ ਜਗ੍ਹਾ ਐਗਜ਼ਿਸਟ ਕਰਦੀ ਹੈ। ਉੱਤਰ ਹੋ ਗਿਆ, ਉਹ ਦੱਖਣ ਹੋ ਗਿਆ। ਠੀਕ ਹੈ, ਕਲੀਅਰ ਹੈ, ਇਹ ਸਮਝ ਆ ਗਿਆ। ਦੇਖੋ ਇੱਥੇ ਵੀ ਹੁਣ ਜਦੋਂ ਮੈਂ ਡਰਾ ਕੀਤਾ, ਮੈਂ ਤੁਹਾਨੂੰ ਹੁਣੇ ਦੱਸਿਆ ਕਿ ਆਹ ਇੱਕ ਉੱਤੇ ਲਾਈਨ ਰਹੇਗੀ, ਇੱਕ ਥੱਲੇ ਲਾਈਨ ਰਹੇਗੀ।
ਤਾਂ ਇਹਦੇ ਵਿੱਚ ਹੋ ਕੀ ਰਿਹਾ ਹੁੰਦਾ ਜਦੋਂ ਆਪਾਂ ਜੇ ਆਪਾਂ ਇਸ ਵਿੱਚ ਵਾਲੇ ਇਲਾਕੇ ਦੇ ਵਿੱਚ ਰਹਿ ਰਹੇ ਹੋਈਏ A ਤੇ B, ਯਾਨੀ ਕਿ ਆਹ ਵਾਲੀ ਯੈਲੋ ਲਾਈਨ ਤੇ ਆਹ ਵਾਲੀ ਯੈਲੋ ਲਾਈਨ ਦੇ ਵਿੱਚ ਜੇ ਆਪਾਂ ਰਹਿ ਰਹੇ ਹਾਂ ਤਾਂ ਹੋ ਕੀ ਰਿਹਾ ਹੋਊਗਾ। ਦੇਖੋ ਮੈਂ ਜੇ ਵਿੱਚ ਰਹਿ ਰਿਹਾ, ਮੈਂ ਬਿਲਕੁਲ ਸੈਂਟਰ 'ਚ ਰਹਿ ਰਿਹਾ, ਅਰਥ ਦੀ ਜਿਹੜੀ ਆਪਾਂ ਬਿਲਕੁਲ ਸੈਂਟਰ ਲਾਈਨ ਬਣਾਈ ਮੈਂ ਉੱਥੇ ਰਹਿ ਰਿਹਾ। ਮੈਂ ਰੋਜ਼ 12 ਵਜੇ ਜਾ ਕੇ ਸੂਰਜ ਦੇਖਦਾ, ਮੈਂ ਰੋਜ਼ ਜਾ ਕੇ 12 ਵਜੇ ਸੂਰਜ ਦੇਖਦਾ, ਮੈਂ ਦੇਖਦਾ ਕਿ ਅੱਛਾ ਹਜੇ ਸੂਰਜ ਥੋੜਾ ਜਿਹਾ ਇਸ ਪਾਸੇ ਨੂੰ, ਮਤਲਬ 12 ਵਜੇ ਸੂਰਜ ਬਿਲਕੁਲ ਮੇਰੇ ਸਿਰ ਦੇ ਉੱਤੇ ਹੋਣਾ ਚਾਹੀਦਾ ਜੇ ਧਰਤੀ ਬਿਲਕੁਲ ਸਿੱਧੀ ਹੁੰਦੀ। ਪਰ ਕਿਉਂਕਿ ਧਰਤੀ ਸਿੱਧੀ ਨਹੀਂ ਹੈ ਤੇ ਮੈਂ ਧਰਤੀ ਦੇ ਬਿਲਕੁਲ ਕਿਉਂਕਿ ਸੈਂਟਰ ਵਿੱਚ ਹੈ, ਮੇਰੇ ਸਿਰ ਦੇ ਬਿਲਕੁਲ ਉੱਤੇ ਹੋਣਾ ਚਾਹੀਦਾ। ਪਰ ਮੈਂ ਦੇਖਦਾ ਮੇਰੇ ਸਿਰ ਦੇ ਬਿਲਕੁਲ ਉੱਤੇ ਨਹੀਂ ਹੈ, ਥੋੜਾ ਜਿਹਾ ਖੱਬੇ ਪਾਸੇ ਨੂੰ ਗਿਆ ਹੋਇਆ। ਫਿਰ ਜਦੋਂ ਸਭ ਕੁਝ ਮਤਲਬ ਥੋੜੇ ਟਾਈਮ ਬਾਅਦ ਮੈਂ ਪੂਰਾ ਮਹੀਨਾ ਦੇਖਦਾ ਜਾਂਦਾ, ਫਿਰ ਸੈਂਟਰ 'ਚ ਆ ਗਿਆ। ਮੈਂ ਕਿਹਾ ਅੱਛਾ ਚਲੋ ਹੁਣ ਮੇਰੇ ਉੱਤੇ ਹੈ। ਫਿਰ ਮੈਂ ਦੇਖਦਾ ਇਸ ਪਾਸੇ ਸੱਜੇ ਪਾਸੇ ਨੂੰ ਚਲਾ ਗਿਆ, ਫਿਰ ਦੁਬਾਰਾ ਸੈਂਟਰ 'ਚ ਆ ਗਿਆ। ਇਹ ਸਾਰਾ ਸਾਲ ਆਪਾਂ ਨੂੰ ਇਹ ਸੂਰਜ ਸਿਰ ਦੇ ਉੱਤੇ ਨਾ ਮੂਵ ਕਰਦਾ ਹੋਇਆ ਦਿਖਦਾ। 12 ਵਜੇ ਦਾ ਜਿਹੜਾ ਸੂਰਜ ਹੈ ਉਹ ਇਸੇ ਕਾਰਨ ਕਰਦਾ ਹੋਇਆ ਦਿਖਦਾ ਕਿਉਂਕਿ ਸੂਰਜ ਇੱਕ ਵਾਰੀ ਉੱਤੇ ਨੂੰ ਰੋਸ਼ਨੀ ਦੇਣ ਜਾਂਦਾ ਹੈ, ਮਤਲਬ ਸੂਰਜ ਖੁਦ ਤਾਂ ਨਹੀਂ ਜਾਂਦਾ, ਧਰਤੀ ਦੀ ਪੋਜੀਸ਼ਨ ਇਸ ਤਰੀਕੇ ਨਾਲ ਚੇਂਜ ਹੁੰਦੀ ਹੈ ਕਿ ਇੱਕ ਵਾਰੀ ਨਾਰਥ ਵੱਲ ਨੂੰ ਗਰਮੀ ਦੇ ਰਿਹਾ ਹੋਊਗਾ, ਦੂਜੇ ਪਾਸੇ ਸਾਊਥ ਵੱਲ ਨੂੰ ਦੇ ਰਿਹਾ ਹੋਊਗਾ, ਫਿਰ ਨਾਰਥ ਫਿਰ ਸਾਊਥ, ਫਿਰ ਨਾਰਥ ਫਿਰ ਸਾਊਥ। ਇਸ ਤਰੀਕੇ ਨਾਲ ਇਹ ਸਾਰੀ ਦੀ ਸਾਰੀ ਸਰਦੀ ਗਰਮੀ ਦਾ ਮੌਸਮ ਬਦਲਦਾ ਰਹਿੰਦਾ ਹੈ। ਕਲੀਅਰ ਹੈ? ਇਸ ਪਾਸੇ ਨੂੰ ਆਹ, ਇਸ ਪਾਸੇ ਨੂੰ ਆਹ। ਇਹਦੇ ਵਿੱਚ ਕੋਈ ਵੀ ਡਾਊਟ ਕਿਸ ਤਰੀਕੇ ਨਾਲ ਸਾਰੀ ਦੀ ਸਾਰੀ ਚੀਜ਼ ਹੋ ਰਹੀ ਹੈ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ, ਉਸ ਚੀਜ਼ ਨੂੰ ਆਪਾਂ ਹੋਰ ਡਿਟੇਲ 'ਚ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਹੁਣ ਇਹਦੇ ਕਾਰਨ ਹੁੰਦਾ ਕੀ ਹੈ, ਦੇਖੋ ਹੁਣ ਆਪਾਂ ਸਾਰੇ ਸਾਲ 'ਚ ਸਾਰੀਆਂ ਮੇਜਰਮੈਂਟ ਲੈ ਲਈਆਂ ਕਿ ਅੱਛਾ ਇੱਥੇ ਸੂਰਜ ਕਦੋਂ ਹੁੰਦਾ, ਇੱਥੇ ਸੂਰਜ ਕਦੋਂ ਹੁੰਦਾ। ਇਹਦੀ ਜਿਹੜੀ ਡੇਟ ਆਈ ਨਾ, ਇਹਦੀ ਡੇਟ ਹੈ 21 ਜੂਨ, ਜਦੋਂ ਸੂਰਜ ਥੋੜਾ ਨਾਰਥ ਵਿੱਚ ਮੈਕਸਿਮਮ ਆਪਣੀ ਜਗ੍ਹਾ ਤੇ ਆ ਜਾਂਦਾ, ਫਿਰ ਉਹ ਵਾਪਸ ਜਾਣਾ ਸ਼ੁਰੂ ਹੋਊਗਾ। ਇੱਥੇ ਸਾਊਥ ਵਿੱਚ ਜਿੱਥੇ ਮੈਕਸਿਮਮ ਆਉਂਦਾ, ਦੱਖਣ ਹਿੱਸੇ ਵਿੱਚ ਸਭ ਤੋਂ ਜ਼ਿਆਦਾ ਆਉਂਦਾ, ਉਹ ਹੈਗਾ ਜਦੋਂ ਥੋੜਾ 23 ਦਸੰਬਰ ਹੁੰਦਾ। ਠੀਕ ਹੈ, ਇਸ ਤੋਂ ਬਾਅਦ ਫਿਰ ਉੱਤੇ ਨੂੰ ਵਾਪਸ ਜਾਣਾ ਸ਼ੁਰੂ ਕਰਦਾ। ਹੁਣ ਦੇਖੋ ਵਿੱਚ ਦੋ ਇਦਾਂ ਦੇ ਹਿੱਸੇ ਆਉਂਦੇ, ਹੁਣ C ਤੇ D ਦੀ ਗੱਲ ਕਰੀਏ, ਵਿੱਚ ਦੋ ਇਦਾਂ ਦੇ ਹਿੱਸੇ ਆਉਂਦੇ ਆ। ਦੇਖੋ ਥੋੜੀ ਧਰਤੀ ਸਿੱਧੀ ਦੀ ਜਗ੍ਹਾ ਇਦਾਂ ਝੁਕੀ ਹੋਈ ਹੈ। ਹੁਣ ਜੋ ਝੁਕੀ ਹੋਈ ਹੈ, ਕਿਸ ਚੀਜ਼ ਤੋਂ ਸਮਝਾਣਾ, ਫੋਨ ਦੇ ਕਵਰ ਤੋਂ ਸਮਝਾਣਾ, ਥੋੜੀ ਧਰਤੀ ਇਦਾਂ ਝੁਕੀ ਹੋਈ ਹੈ। ਠੀਕ ਹੈ, ਹੁਣ ਜਦੋਂ ਧਰਤੀ ਥੋੜੀ ਝੁਕੀ ਹੋਈ ਹੈ ਤਾਂ ਹੋ ਕੀ ਰਿਹਾ ਕਿ ਇੱਕ ਕਦੀ ਆਹ ਥੋੜਾ ਦੱਖਣ ਵਾਲਾ ਹਿੱਸਾ ਸੂਰਜ ਵੱਲ ਨੂੰ ਹੋਊਗਾ, ਕਦੀ ਆਹ ਉੱਤਰ ਵਾਲਾ ਹਿੱਸਾ ਸੂਰਜ ਵੱਲ ਨੂੰ ਹੋਊਗਾ। ਜੇ ਸੂਰਜ ਇਸ ਪਾਸੇ ਨੂੰ ਮਤਲਬ ਪੂਰਾ ਘੁੰਮ ਕੇ ਸੂਰਜ ਇਸ ਪਾਸੇ ਨੂੰ, ਜਾਂ ਪੂਰਾ ਘੁੰਮ ਕੇ ਸੂਰਜ ਇਸ ਪਾਸੇ ਨੂੰ। ਪਰ ਵਿੱਚ ਦੋ ਜਗ੍ਹਾਵਾਂ ਆਣਗੀਆਂ, ਜਦੋਂ ਇਸ ਪਾਸੇ ਨੂੰ ਇਦਾਂ ਕੈਮਰਾ ਮੰਨ ਲਓ ਕਿ ਸੂਰਜ ਹੈ, ਇਸ ਪਾਸੋਂ ਦੀ ਥੋੜਾ ਆਹ ਧਰਤੀ ਪਾਸ ਕਰ ਰਹੀ ਹੈ, ਜਾਂ ਘੁੰਮ ਕੇ ਦੂਜੇ ਪਾਸੋਂ ਦੀ ਇਦਾਂ ਧਰਤੀ ਪਾਸ ਕਰ ਰਹੀ ਹੈ। ਜਿੱਥੇ ਥੋੜੀ ਧਰਤੀ ਦੇ ਬਿਲਕੁਲ ਸਾਹਮਣੇ ਬਰਾਬਰ ਸਾਰੀ ਧਰਤੀ ਦਿਖ ਰਹੀ ਹੁੰਦੀ ਹੈ, ਇਹ ਉਹ ਪੁਆਇੰਟ ਹੁੰਦਾ ਹੈ ਜਦੋਂ ਤੁਹਾਡਾ ਸੂਰਜ ਆਹ ਬਿਲਕੁਲ ਸੈਂਟਰ ਵਾਲੀ ਲਾਈਨਾਂ ਤੇ ਆ ਜਾਂਦਾ ਹੈ, ਕਿਉਂਕਿ ਇਹਨੇ ਇੱਥੋਂ ਥੱਲੋਂ ਦੀ ਉੱਤੇ ਜਾਣਾ ਹੈ, ਇੱਥੇ ਸੈਂਟਰ ਤੱਕ ਚਮਕੂਗਾ, ਫਿਰ ਇਹ ਉੱਤੇ ਨੂੰ ਜਾਣ ਲੱਗ ਜਾਊਗਾ, ਇੱਥੇ ਤੱਕ ਆ ਗਿਆ। ਫਿਰ ਦੁਬਾਰਾ ਤੋਂ ਧਰਤੀ ਇਸ ਸਾਈਡ ਨੂੰ ਜਾਣਾ ਸ਼ੁਰੂ ਹੋਊਗੀ ਤਾਂ ਸੂਰਜ ਥੋੜਾ ਥੋੜਾ ਥੱਲੇ ਨੂੰ ਜਾਣਾ ਸ਼ੁਰੂ ਹੋਊਗਾ, ਸੈਂਟਰ ਤੱਕ ਆਊਗਾ, ਫਿਰ ਦੁਬਾਰਾ ਤੋਂ ਥੱਲੇ, ਤਾਂ ਉੱਤੇ ਥੱਲੇ, ਇਸ ਤਰੀਕੇ ਨਾਲ। ਆ ਜਿਹੜੇ ਦੋ ਪੁਆਇੰਟ ਹੈ, ਇਹਨਾਂ ਨੂੰ ਕਹਿੰਦੇ ਆ ਆਪਾਂ, ਇੱਕ ਮਿੰਟ ਰੱਖਿਓ, ਇਹਨਾਂ ਨੂੰ ਆਪਾਂ ਕਹਿੰਦੇ ਆ ਸਮਰੂਪ। ਇਹ ਸਮਰੂਪ ਹੈ ਜਿੱਥੇ ਮਤਲਬ ਸਾਰਾ ਬਰਾਬਰ, ਦਿਨ ਰਾਤ ਬਰਾਬਰ ਹੋ ਜਾਂਦੇ ਆ। ਇਹ 2 ਦਿਨ ਇਹਦੇ ਵੀ ਪੈਂਦੇ ਆ, ਇੱਕ ਆਪਾਂ C ਦੀ ਜਗ੍ਹਾ ਮੇਜਰ ਕਰ ਲਈ ਆ ਜੂਨ ਤੇ ਦਸੰਬਰ ਦੇ ਵਿੱਚ, ਇਹ ਹੈਗਾ ਤੁਹਾਡਾ 22 ਸਤੰਬਰ, ਦੂਜੇ ਪਾਸੇ ਤੁਹਾਡਾ 21 ਮਾਰਚ। ਇੱਥੇ ਆਪਾਂ ਕਹਿੰਦੇ ਆ ਨਾ ਦਿਨ ਤੇ ਰਾਤ ਬਰਾਬਰ ਹੋ ਗਏ, ਕਿਉਂ? ਕਿਉਂਕਿ ਇੱਥੇ ਸੂਰਜ ਬਿਲਕੁਲ ਸੈਂਟਰ 'ਚ ਆ ਗਿਆ। ਠੀਕ ਹੈ, ਤੇ ਇਸ ਤਰੀਕੇ ਨਾਲ ਹੁਣ ਆਹ ਜਿਹੜਾ 21 ਜੂਨ ਹੈ, ਦੇਖੋ ਆਪਣਾ ਜਿਹੜਾ ਭਾਰਤ ਪੈਂਦਾ, ਹੁਣ ਆਪਾਂ ਭਾਰਤ ਦੇਸ਼ ਨੂੰ ਦੇਖੀਏ, ਆਪਣਾ ਜਿਹੜਾ ਭਾਰਤ ਦੇਸ਼ ਪੈਂਦਾ ਉਹ ਨਾ ਇੱਥੇ ਪੈਂਦਾ। ਆ ਜਿਹੜਾ ਡਰਾਅ ਕਰਨ ਲਈ ਦੂਜੇ ਪਾਸੋਂ ਦੀ, ਜਦੋਂ ਇਸ ਪਾਸੋਂ ਦੀ ਸੂਰਜ ਆ ਰਿਹਾ ਹੋਊਗਾ, ਆਪਾਂ ਇਹ ਲਾਈਨ ਵੀ ਇੱਥੇ ਬਣਾ ਕੇ ਦੇਖ ਲੈਂਦੇ ਹਾਂ। ਠੀਕ ਹੈ, ਨਵੀਂ ਡਾਇਗਰਾਮ ਬਣਾਉਣ ਜਾਏਗਾ, ਟਾਈਮ ਬਚਾ ਲਈਏ। ਤਾਂ ਤੁਹਾਡਾ ਜਿਹੜਾ ਭਾਰਤ ਦੇਸ਼ ਹੈ ਉਹ ਇਸ ਤਰੀਕੇ ਨਾਲ ਇੱਥੇ ਪੈਂਦਾ। ਠੀਕ ਹੈ, ਤੇ ਇਹਨੂੰ ਮੈਂ ਕੰਪੇਅਰ ਕਰਾਂ ਤਾਂ ਜਿਹੜਾ ਤੁਹਾਡਾ ਆਸਟ੍ਰੇਲੀਆ ਹੈ ਉਹ ਇੱਥੇ ਥੱਲੇ ਪੈਂਦਾ। ਯਾਨੀ ਕਿ ਆਪਾਂ ਦੋਨੋਂ ਬਿਲਕੁਲ ਅੱਡ-ਅੱਡ ਇਲਾਕੇ ਵਿੱਚ ਪੈਂਦੇ ਆ।
ਆਸਟ੍ਰੇਲੀਆ ਥੱਲੇ ਨੂੰ ਪੈਂਦਾ, ਇੰਡੀਆ ਉੱਤੇ ਨੂੰ ਪੈਂਦਾ, ਠੀਕ ਹੈ। ਹੁਣ ਜਿਹੜਾ ਆਪਣਾ ਭਾਰਤ, ਜਿਹੜਾ ਆਪਣਾ ਇੰਡੀਆ ਹੈ, ਇੱਥੇ ਕੀ ਹੈ, ਜਦੋਂ ਆਪਣੇ ਇੱਥੇ ਗਰਮੀਆਂ ਦਾ ਮੌਸਮ ਹੁੰਦਾ, ਆਸਟ੍ਰੇਲੀਆ 'ਚ ਸਰਦੀਆਂ ਦਾ ਮੌਸਮ ਹੁੰਦਾ। ਹੁਣ ਮਤਲਬ ਜਿਹੜਾ ਆਪਣਾ ਮਈ ਜੂਨ ਦੇ ਮਹੀਨੇ ਆ, ਇਹ ਸਰਦੀਆਂ, ਇੱਥੇ ਆਸਟ੍ਰੇਲੀਆ 'ਚ ਪੂਰੀ ਸਰਦੀਆਂ ਪੈ ਰਹੀਆਂ ਹੁੰਦੀਆਂ। ਪਰ ਜਿਹੜੇ ਦਸੰਬਰ ਜਨਵਰੀ ਦੇ ਮਹੀਨੇ ਜਦੋਂ ਆਪਣੇ ਬੁਰੀ ਤਰੀਕੇ ਨਾਲ ਠੰਡ ਪੈ ਰਹੀ ਹੁੰਦੀ ਹੈ, ਆਸਟ੍ਰੇਲੀਆ ਵਿੱਚ ਬੁਰੀ ਤਰੀਕੇ ਨਾਲ ਗਰਮੀ ਪੈ ਰਹੀ ਹੁੰਦੀ ਹੈ, ਕਿਉਂਕਿ ਉਹ ਬਿਲਕੁਲ ਦੂਜੇ ਪਾਸੇ ਨੂੰ, ਜਦੋਂ ਆਪਣਾ ਹਿੱਸਾ ਸੂਰਜ ਵੱਲ ਨੂੰ ਚੁੱਕਿਆ ਹੋਇਆ, ਉਹ ਦੂਰ ਨੂੰ ਹੋ ਜਾਂਦਾ, ਉਹਨਾਂ ਦੀ ਸਰਦੀਆਂ ਆ ਜਾਂਦੀਆਂ, ਆਪਣੀ ਗਰਮੀਆਂ ਆ ਜਾਂਦੀਆਂ, ਠੀਕ ਹੈ। ਇਸ ਤਰੀਕੇ ਨਾਲ ਤਾਂ ਹੀ ਉਹਨਾਂ ਦੇ ਜਿਹੜੇ ਉੱਥੇ ਕ੍ਰਿਸਮਸ ਮਨਾਈ ਜਾਂਦੀ ਹੈ, ਕ੍ਰਿਸਮਸ ਤੇ ਬਾਕੀ ਦੁਨੀਆ 'ਚ ਆਪਾਂ ਮਸ਼ਹੂਰ ਹੈ ਕਿ ਬਰਫ਼ ਪੈਣੀ ਚਾਹੀਦੀ ਹੈ, ਇਦਾਂ ਦਾ ਸਾਰਾ ਉਸ ਤਿਉਹਾਰ ਨੂੰ ਬਣਾਇਆ ਹੋਇਆ। ਆਸਟ੍ਰੇਲੀਆ ਇੱਕ ਇਦਾਂ ਦਾ ਦੇਸ਼ ਹੈ ਜਿੱਥੇ ਗਰਮ ਕ੍ਰਿਸਮਸ ਹੁੰਦੀ ਹੈ, ਗਰਮੀ ਪੈ ਰਹੀ ਹੁੰਦੀ ਹੈ ਬੁਰੀ ਤਰੀਕੇ ਨਾਲ, ਉੱਥੇ ਇਦਾਂ ਦੀ ਕ੍ਰਿਸਮਸ ਹੋ ਰਹੀ ਹੁੰਦੀ ਹੈ, ਠੀਕ ਹੈ। ਤੇ ਇਸ ਤਰੀਕੇ ਨਾਲ ਆਪਾਂ ਅੱਡ-ਅੱਡ ਜਗ੍ਹਾ ਤੇ ਲੋਕੇਟਡ ਆ। ਹੁਣ ਯਾਨੀ ਕਿ ਆਪਣੇ ਆਹ ਬਿਲਕੁਲ ਸੈਂਟਰ ਤੋਂ ਆਹ ਲਾਈਨ ਪਾਸ ਕਰਦੀ ਹੈ, ਜਿੱਥੇ ਤੱਕ ਤੁਹਾਡੇ ਸੂਰਜ ਦੀ ਮੈਕਸਿਮਮ ਲਾਈਨ ਆਪਣੇ ਸਿਰ ਦੇ ਉੱਤੇ ਤੱਕ ਜਾਂਦੀ ਹੈ, 21 ਜੂਨ। ਤਾਂ ਹੀ 21 ਜੂਨ ਦਾ ਦਿਨ ਆਪਣਾ ਸਭ ਤੋਂ ਵੱਡਾ ਦਿਨ ਹੁੰਦਾ, ਠੀਕ ਹੈ। ਤਾਂ ਇਸ ਟਾਈਮ ਆਪਣੇ ਗਰਮੀਆਂ ਦਾ ਦਿਨ ਵੀ ਚੱਲ ਰਿਹਾ ਹੁੰਦਾ, ਤੇ ਇਹੀ ਆਪਣਾ ਸਭ ਤੋਂ ਲੰਬਾ ਦਿਨ ਵੀ ਹੈ। ਦੂਜੇ ਪਾਸੇ ਜਦੋਂ ਆਸਟ੍ਰੇਲੀਆ 'ਚ ਗਰਮੀ ਪੈ ਰਹੀ ਹੁੰਦੀ ਹੈ, ਆਪਣੇ ਪਾਸੇ ਠੰਡ ਹੁੰਦੀ ਹੈ ਦਸੰਬਰ ਦੇ ਟਾਈਮ, ਆਹ ਆਪਣਾ ਸਭ ਤੋਂ ਛੋਟਾ ਦਿਨ ਹੁੰਦਾ, ਕਿਉਂਕਿ ਸੂਰਜ ਬਿਲਕੁਲ ਹੀ ਦੂਜੇ ਪਾਸੇ ਨੂੰ ਘੁੰਮ ਰਿਹਾ, ਆਪਣੇ ਤੋਂ ਬਹੁਤ ਦੂਰ, ਸਭ ਤੋਂ ਛੋਟਾ ਦੂਰ, ਕਿਉਂਕਿ ਆਹ ਕੋਨੇ ਆ ਗਏ ਨਾ ਇਸ ਪੂਰੇ ਆਰਬਿਟ ਦੇ। ਇਸ ਕਾਰਨ ਇੱਕ ਪਾਸੇ ਆਪਣਾ ਜੇ ਇੱਥੇ ਆਸਟ੍ਰੇਲੀਆ ਦਾ ਸਭ ਤੋਂ ਲੰਬਾ ਦਿਨ ਪੈ ਰਿਹਾ, ਆਪਣਾ ਸਭ ਤੋਂ ਛੋਟਾ ਪਊਗਾ, ਕਿਉਂਕਿ ਆਪਾਂ ਦੂਜੇ ਪਾਸੇ ਆ, ਆਪਾਂ ਇੱਥੇ ਆ, ਆਸਟ੍ਰੇਲੀਆ ਮਤਲਬ ਸੂਰਜ ਵੱਲ ਨੂੰ ਆ, ਇੱਥੇ ਗੋਲ ਵੀ ਤਾਂ ਘੁੰਮ ਰਿਹਾ, 2D ਡਾਇਗਰਾਮ ਨਾਲ ਕੱਲਾ ਸਮਝੋ। ਇੱਥੇ ਆਪਣਾ ਇੰਡੀਆ ਜੇ ਇਸ ਪਾਸੇ, ਆਸਟ੍ਰੇਲੀਆ ਇਸ ਪਾਸੇ ਹੈ, ਤਾਂ ਇਸ ਕਾਰਨ, ਠੀਕ ਹੈ, ਸਭ ਤੋਂ ਛੋਟਾ ਦਿਨ, ਠੀਕ ਹੈ। ਇਸ ਤਰੀਕੇ ਨਾਲ ਸਭ ਤੋਂ ਲੰਬਾ ਦਿਨ, ਸਭ ਤੋਂ ਛੋਟਾ ਦਿਨ, ਇਸ ਤਰੀਕੇ ਨਾਲ ਦੋਨੋਂ ਦੀ ਦੋਨੋਂ ਸਾਈਡ ਮਾਰਕ ਹੋ ਗਈਆਂ। ਕਲੀਅਰ ਹੈ। 21 ਜੂਨ ਤੇ 23 ਦਸੰਬਰ, ਤੇ ਆ ਦੋਨੋਂ ਵਿੱਚ ਸਮਰੂਪ ਹੈ, ਜਦੋਂ ਸਾਰੇ ਦੇ ਸਾਰਾ ਦਿਨ ਤੇ ਰਾਤ ਬਰਾਬਰ ਹੋ ਜਾਂਦੇ ਆ। ਤਾਂ ਹੁਣ ਜੋ ਮੈਂ ਧਰਤੀ ਤੇ ਦੇਖੋ, ਇੱਕ ਹੁਣ ਅਗਲਾ ਕੁਐਸਚਨ ਜਿਹੜਾ ਪੇਪਰ ਵਿੱਚ ਆ ਜਾਂਦਾ ਹੁੰਦਾ ਹੈ, ਉਹ ਇਹ ਆ ਜਾਂਦਾ ਹੁੰਦਾ ਹੈ ਕਿ ਕਿੱਥੇ ਕਿੱਥੇ ਤੁਹਾਨੂੰ ਸੂਰਜ ਸਿਰ ਦੇ ਬਿਲਕੁਲ ਉੱਤੇ ਦਿਖਾਈ ਦੇਊਗਾ। ਦੇਖੋ ਸੂਰਜ ਸਾਰਾ ਸਾਲ ਸਿਰਫ ਆਹ ਜਿਹੜੀਆਂ ਦੋ ਲਾਈਨਾਂ ਬਣ ਗਈਆਂ ਨਾ, ਇਹ ਲਾਈਨਾਂ ਦੇ ਵਿੱਚ ਹੀ ਸਾਰਾ ਸਾਲ ਸਿਰ ਦੇ ਉੱਤੇ ਕਦੀ ਨਾ ਕਦੀ ਦਿਖਾਈ ਦੇਊਗਾ, ਹਰ ਟਾਈਮ ਨਹੀਂ, ਕਦੀ ਨਾ ਕਦੀ, ਜਦ ਧਰਤੀ ਦੀ ਜਗ੍ਹਾ ਜਿੱਥੇ ਹੋਊਗੀ, ਹਾਂ ਆਪਾਂ ਇਸ ਜਗ੍ਹਾ ਤੋਂ ਮੰਨ ਲੈਂਦੇ ਕਿ ਹਜੇ ਇੱਥੇ ਗਰਮੀ ਦਾ ਮੈਕਸਿਮਮ ਪੁਆਇੰਟ ਆ ਗਿਆ, ਹੌਲੀ ਹੌਲੀ ਸੂਰਜ ਉੱਤੇ ਨੂੰ ਜਾਣਾ ਸ਼ੁਰੂ ਹੋ ਰਿਹਾ, ਤਾਂ ਇੱਥੇ ਇੱਥੇ ਜਿਹੜੀ ਵੀ ਆਬਾਦੀ ਰਹਿ ਰਹੀ ਹੋਗੀ ਉਹਨਾਂ ਨੂੰ ਸਿਰ ਦੇ ਉੱਤੇ ਦਿਖੂਗਾ। ਆ ਆਪਣਾ ਬਿਲਕੁਲ ਹੀ ਸਮਰੂਪ ਦਾ ਏਰੀਆ ਆ ਗਿਆ, ਸੈਂਟਰ ਆ ਗਿਆ, ਫਿਰ ਆਪਾਂ ਦੁਬਾਰਾ ਤੋਂ ਉੱਤੇ ਜਾਣੇ ਸ਼ੁਰੂ ਹੋ ਗਏ, ਆਪਣਾ ਨਾਰਥ ਵਾਲਾ ਏਰੀਆ ਆ ਗਿਆ, ਜਦੋਂ ਆਪਣਾ 21 ਜੂਨ ਸਭ ਤੋਂ ਗਰਮੀ ਪੈ ਰਹੀ ਹੈ। ਫਿਰ ਤੋਂ ਇਦਾਂ ਥੱਲੇ ਨੂੰ, ਫਿਰ ਤੋਂ ਇੱਕ ਦੂਜਾ ਸਮਰੂਪ ਦਾ ਆਪਣਾ 21 ਮਾਰਚ ਆ ਗਿਆ, ਤੇ ਮਾਰਚ ਨਹੀਂ, 22 ਸਤੰਬਰ ਆ ਗਿਆ, ਤੇ ਫਿਰ ਤੋਂ ਦਸੰਬਰ ਦਾ ਮਹੀਨਾ ਆ ਗਿਆ, ਤਾਂ ਸਾਲ ਪੂਰਾ ਹੋ ਗਿਆ। ਤਾਂ ਇਹਦੇ ਵਿੱਚ ਹੀ ਸਿਰ ਦੇ ਉੱਤੇ ਦਿਖਾਈ ਦਿੰਦਾ ਦੁਪਹਿਰ ਦੇ 12 ਵਜੇ ਸੂਰਜ। ਇਹ ਤੋਂ ਅੱਗੇ ਜਿੰਨੇ ਇਲਾਕੇ ਹੈ ਨਾ, ਜਿਵੇਂ ਆਪਾਂ ਪੰਜਾਬ 'ਚ ਰਹਿੰਦੇ, ਆਪਣਾ ਪੰਜਾਬ ਇੱਥੇ ਉੱਪਰ ਪੈ ਗਿਆ, ਜੇ ਤੁਸੀਂ 12 ਵਜੇ ਸੂਰਜ ਦੇਖੋਗੇ ਨਾ, ਪੂਰਾ ਸਾਲ ਹੀ ਦੇਖ ਲਿਓ, ਆਪਣੇ ਸੂਰਜ ਕਦੀ ਵੀ ਸਿਰ ਦੇ ਉੱਤੇ ਨਹੀਂ ਹੁੰਦਾ, ਆਪਣਾ ਥੋੜਾ ਜਿਹਾ ਸਾਈਡ ਨੂੰ ਹੋਊਗਾ। ਉਹਦਾ ਕਾਰਨ ਇਹ ਹੈ ਕਿਉਂਕਿ ਆਪਾਂ ਇਹ ਲਾਈਨਾਂ ਦੇ ਵਿੱਚ ਨਹੀਂ ਪੈਂਦੇ, ਆਪਾਂ ਨੂੰ ਕੋਲੇ ਆ ਜਾਊਗਾ। 21 ਜੂਨ ਨੂੰ ਦੇਖੋਗੇ ਨਾ, ਸੈਂਟਰ ਦੇ ਬਿਲਕੁਲ ਕੋਲੇ ਜਿਹਾ ਹੋਊਗਾ, ਪਰ ਸੈਂਟਰ 'ਚ ਨਹੀਂ ਹੋਊਗਾ। ਸਿਰ ਦੇ ਉੱਤੇ ਹੋਣ ਦਾ ਬਿਲਕੁਲ ਸਭ ਤੋਂ ਵੱਡਾ ਨਿਸ਼ਾਨੀ ਕੀ ਹੈ ਕਿ ਤੁਹਾਨੂੰ ਤੁਹਾਡਾ ਪਰਛਾਵਾਂ ਦਿਖੂਗਾ ਹੀ ਨਹੀਂ, ਕਿਉਂਕਿ ਲਾਈਟ ਜੇ ਤੁਹਾਡੇ ਬਿਲਕੁਲ ਸਿਰ ਦੇ ਉੱਤੇ ਹੋਵੇ, ਤੁਹਾਡਾ ਪਰਛਾਵਾਂ ਨਹੀਂ ਆਉਂਦਾ, ਪਰ ਕਿਉਂਕਿ ਲਾਈਟ ਸਿਰ ਦੇ ਉੱਤੇ ਨਹੀਂ ਹੈ, ਤਾਂ ਪਰਛਾਵਾਂ ਦਿਖੂਗਾ ਤੁਹਾਨੂੰ ਤੁਹਾਡਾ, ਠੀਕ ਹੈ। ਇਸ ਤਰੀਕੇ ਨਾਲ ਸਾਰੀ ਦੀ ਸਾਰੀ ਚੀਜ਼। ਹੁਣ ਇਸੇ ਲਈ ਜਿਹੜੀ ਆਹ ਸਾਰੀ ਦੀਆਂ ਸਾਰੀਆਂ ਆਪਾਂ ਲਾਈਨਾਂ ਪੜੀਆਂ, ਇਹ ਆਪਾਂ ਨੂੰ ਬਹੁਤ ਮਦਦ ਕਰਦੀਆਂ, ਸਾਰਾ ਦਾ ਸਾਰਾ ਕੀ ਕਹਿੰਦੇ ਨੂੰ, ਹਾਂ, ਧਰਤੀ ਉੱਤੇ ਕਿੱਥੇ ਕਿੰਨੀ ਗਰਮੀ ਪੈਂਦੀ ਹੈ, ਕਿੰਨੀ ਧੁੱਪ ਪੈਂਦੀ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਮਾਰਕ ਕਰਨ 'ਚ ਇਹ ਮਦਦ ਕਰਦੀ ਹੈ। ਇਸੇ ਕਾਰਨ ਆਪਾਂ ਕੀ ਹੈ ਕਿ ਸੌਰੀ, ਹਾਂ, ਇਸੇ ਕਾਰਨ ਇਹਨਾਂ ਨੂੰ ਆਪਾਂ ਇੱਕ ਚੀਜ਼ ਦੇ ਤੌਰ ਤੇ ਪੜ੍ਹਦੇ ਹਾਂ, ਇਹਨਾਂ ਨੂੰ ਆਪਾਂ ਇੰਗਲਿਸ਼, ਇਹਨਾਂ ਨੂੰ ਆਪਾਂ ਲੈਟੀਟਿਊਡ ਕਹਿੰਦੇ ਆ,
पंजाबी च वितकार। वितकार ਦੀਆਂ ਆਪਾਂ ਲਾਈਨਾਂ ਖਿੱਚਦੇ ਆਂ, ਇਹ ਧਰਤੀ ਉੱਤੇ ਲਾਈਨਾਂ ਖਿੱਚ ਕੇ ਆਪਾਂ ਧਰਤੀ ਨੂੰ ਅੱਡ-ਅੱਡ ਇਲਾਕਿਆਂ ਵਿੱਚ ਵੰਡ ਦਿੰਨੇ ਆ, ਇਹ ਸਮਝਣ ਲਈ ਕਿ ਕਿੱਥੇ ਕਿੰਨੀ ਗਰਮੀ ਤੇ ਕਿੰਨੀ ਸਰਦੀ ਪੈਂਦੀ ਹੈ। ਇਹ ਲਾਈਨਾਂ ਹਮੇਸ਼ਾ ਹੌਰੀਜ਼ੌਂਟਲ ਡਾਇਰੈਕਸ਼ਨ ਵਿੱਚ ਹੁੰਦੀਆਂ, ਠੀਕ ਹੈ, ਯਾਨੀ ਕਿ ਇਸ ਸਾਈਡ ਨੂੰ ਹੁੰਦੀਆਂ। ਤਾਂ ਹੀ ਜਦੋਂ ਆਪਾਂ ਧਰਤੀ ਬਣਾਈ ਸੀ, ਇਹ ਆਪਾਂ ਖੁਦ ਬਣਾਣੇ, ਧਰਤੀ ਉੱਤੇ ਬਣੀਆਂ ਨਹੀਂ ਹੋਈਆਂ, ਆਪਾਂ ਧਰਤੀ ਨੂੰ ਪੜ੍ਹਨ ਲਈ ਸਮਝਣ ਲਈ ਬਣਾਉਂਦੇ ਆ। ਸੈਂਟਰ ਵਿੱਚ ਜਿਹੜਾ 2 ਉੱਤਰ ਤੇ ਦੱਖਣ ਵਿੱਚ ਹਿੱਸਾ ਕਰਤਾ, ਇਸ ਲਾਈਨ ਨੂੰ ਆਪਾਂ ਕਹਿੰਦੇ ਆ ਭੂਮਧ ਰੇਖਾ, ਠੀਕ ਹੈ। ਇਹਨਾਂ ਆਪਾਂ ਸਟੱਡੀ ਕਰਨੀ, ਇਹਨੂੰ ਆਪਾਂ 0 ਡਿਗਰੀ ਲਿਖ ਦਿੰਦੇ ਆ। ਜਿਹੜਾ ਆਪਣਾ ਨਾਰਥ ਤੇ ਸਾਊਥ ਪੋਲ ਹੈ, ਇਹਨਾਂ ਨੂੰ ਆਪਾਂ 90-90 ਡਿਗਰੀ ਲਿਖਦੇ ਆ। ਪਰ ਹੁਣ ਇਹਨਾਂ ਨੂੰ ਫਰਕ ਕਿੱਦਾਂ ਕਰਾਂਗੇ, ਇਹਦੇ ਨਾਲ ਆਪਾਂ ਸਾਊਥ ਪਾ ਦਿੰਦੇ, ਇਹਦੇ ਨਾਲ ਆਪਾਂ ਨਾਰਥ ਪਾ ਦਿੰਦੇ ਆ। ਨਾਰਥ ਉੱਤਰੀ ਹਿੱਸਾ, ਸਾਊਥ ਦੱਖਣੀ ਹਿੱਸਾ। ਤਾਂ ਇਹ ਦੋਨੋਂ ਡਿਗਰੀਆਂ ਵਿੱਚ ਫਰਕ ਕਰਨੀ, ਇਹਨਾਂ ਦੇ ਨਾਲ n ਤੇ s ਪਾਣਾ ਜ਼ਰੂਰੀ ਹੈ ਕਿ ਥੱਲੇ ਵਾਲੇ 90 ਡਿਗਰੀ ਨੂੰ ਰੈਫਰ ਕਰ ਰਹੇ ਹੋ ਜਾਂ ਉੱਤੇ ਵਾਲੇ ਨੂੰ, ਕਿਉਂਕਿ 0 ਡਿਗਰੀ ਸੈਂਟਰ ਕਾਮਨ ਹੈ, ਦੋਨਾਂ ਦਾ ਬਰਾਬਰ ਸੇਮ ਹੀ ਹੈ। ਤਾਂ ਇਸ ਕਾਰਨ ਇਹਦੇ ਨਾਲ ਕੋਈ ਨਾਰਥ ਜਾਂ ਸਾਊਥ ਨਹੀਂ ਲਿਖਿਆ ਜਾਂਦਾ। ਹੁਣ ਇਹਦੇ ਇਲਾਵਾ ਆਪਣਾ ਸੂਰਜ ਜਿੱਥੇ ਤੱਕ ਮੈਕਸਿਮਮ ਉੱਤਰ ਵੱਲ ਨੂੰ ਜਾਂਦਾ ਤੇ ਦੱਖਣ ਵੱਲ ਨੂੰ ਜਾਂਦਾ, ਇਹ ਵੀ ਲਾਈਨਾਂ ਇੰਪੋਰਟੈਂਟ ਹੈ ਇਹਦੇ, ਕਿਉਂਕਿ ਵਿੱਚ ਵਿੱਚ ਹੀ ਸੂਰਜ ਰਹਿੰਦਾ ਹੈ। ਇੱਥੇ ਆ, ਇਹ ਬਣ ਗਈ ਤੁਹਾਡੀ ਕਰਕ ਦੀ ਖੰਡੀ, ਠੀਕ ਹੈ, ਤੇ ਥੱਲੇ ਮੱਕਰ ਦੀ ਖੰਡੀ, ਸੌਰੀ। ਹੁਣ ਇਦਾਂ ਦੇ ਵੀ 2 ਇਲਾਕੇ ਬਣ ਗਏ ਜਿਹਦੇ ਅੱਗੇ ਕੋਈ ਵੀ ਜਾ ਕੇ ਤੁਹਾਡੇ 6 ਮਹੀਨੇ ਦਿਨ 6 ਮਹੀਨੇ ਰਾਤ ਵਾਲਾ ਇਲਾਕਾ, ਜਿੱਥੇ ਉਹ ਸੂਰਜ ਦੀ ਉਦੋਂ ਬਾਅਦ ਰੋਸ਼ਨੀ ਨਹੀਂ ਪੈਂਦੀ 6 ਮਹੀਨੇ। ਥੱਲੇ ਵਾਲੇ ਹਿੱਸੇ 'ਚ ਆਪਾਂ ਇਹਨੂੰ ਕਹਿ ਦਿੰਦੇ ਆ ਐਂਟਾਰਕਟਿਕ ਸਰਕਲ, ਤੇ ਉੱਤੇ ਵਾਲੇ 'ਚ ਆਰਟਿਕ ਸਰਕਲ, ਠੀਕ ਹੈ। ਐਂਟਾਰਕਟਿਕ ਸਰਕਲ, ਆਰਟਿਕ ਸਰਕਲ, ਇਸ ਤਰੀਕੇ ਨਾਲ। ਤੇ ਇਹਨਾਂ ਦੇ ਵਿੱਚ ਜਿਹੜੀਆਂ ਡਿਗਰੀਆਂ 23.5, ਜਿੰਨਾ ਹੁਣ ਝੁਕਾਵ ਸੀ ਉਹਦੇ ਕਾਰਨ ਇਹ ਬਣੀ ਹੈ, ਕਿਉਂਕਿ ਉਸੇ ਦੇ ਕਾਰਨ ਮੌਸਮ ਵਿੱਚ ਵੀ ਅਸਰ ਆਉਂਦਾ ਹੈ। ਤਾਂ ਇਹੀ ਸਭ ਕੁਝ 66.5 ਡਿਗਰੀ, ਇਹ ਸਾਰੀਆਂ ਝੁਕਾਵ ਤੇ ਹੀ ਆ, ਕਿੰਨਾ ਝੁਕਾਵ ਆ ਉਹਦੇ ਅਕੋਰਡਿੰਗ ਹੀ ਸਾਰੀਆਂ ਬਣ ਗਈਆਂ, ਠੀਕ ਹੈ। ਕਲੀਅਰ ਹੈ? ਇਹ ਸਾਰਾ ਦਾ ਸਾਰਾ ਇਹ ਕਨਸੈਪਟ ਸੀ, ਇਹ ਸਾਰਾ ਇਹ ਲੈਕਚਰ ਹੈ, ਠੀਕ ਹੈ। ਹੁਣ ਇੱਕ ਲਾਸਟ ਵਿੱਚ ਜਿਹੜਾ ਕੱਲ ਦਾ ਕਨਸੈਪਟ ਰਹਿ ਗਿਆ ਸੀ, ਦੇਖੋ ਤੁਹਾਡੇ ਸੂਰਜ ਉੱਤੇ ਬਹੁਤ ਵੱਡੇ ਸਕੇਲ ਤੇ ਕੱਲ ਇੱਕ ਟੌਪਿਕ ਰਹਿ ਗਿਆ ਸੀ ਕਿ ਸੂਰਜ ਉੱਤੇ ਕੀ ਪ੍ਰੋਸੈਸ ਹੁੰਦਾ, ਏਡੀ ਰੋਸ਼ਨੀ ਤੇ ਇੰਨਾ ਗਰਮੀ ਉਹ ਤੋਂ ਕਿਉਂ ਆ ਰਹੀ ਹੈ। ਦੇਖੋ ਤੁਹਾਡੇ ਸੂਰਜ ਉੱਤੇ ਲਗਾਤਾਰ ਪਰਮਾਣੂ ਧਮਾਕੇ ਹੋ ਰਹੇ ਆ, ਠੀਕ ਹੈ, ਪਰਮਾਣੂ ਧਮਾਕੇ ਹੋ ਰਹੇ ਆ। ਜਿਹੜਾ ਸੂਰਜ ਉੱਤੇ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਪਰਮਾਣੂ ਫਿਊਜ਼ਨ ਹੋ ਰਿਹਾ, ਫਿਊਜ਼ਨ ਹੋ ਰਿਹਾ, ਇਹ ਤੁਹਾਡੇ ਸੂਰਜ ਉੱਤੇ ਹੋ ਰਿਹਾ, ਠੀਕ ਹੈ। ਤੇ ਇਹਦੇ ਇਲਾਵਾ ਇੱਕ ਹੋਰ ਵੀ ਪਰਮਾਣੂ ਧਮਾਕਿਆਂ ਦਾ ਤਰੀਕਾ ਹੁੰਦਾ, ਜਿਹੜੇ ਆਪਾਂ ਬੰਬ ਬਣਾਉਂਦੇ ਆ, ਪਰਮਾਣੂ ਜੋ ਹਥਿਆਰ ਆ ਆਪਣੇ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਆ ਪਰਮਾਣੂ ਖੰਡ, ਖੰਡਨ। ਹੁਣ ਇਹ ਚੀਜ਼ ਕੀ ਆ, ਫਿਊਜ਼ਨ ਕੀ ਹੁੰਦਾ, ਤੇ ਫਿਊਜ਼ਨ ਨੂੰ ਆਪਾਂ ਪੰਜਾਬੀ ਵਿੱਚ ਮਿਸ਼ਰਣ ਵੀ ਕਹਿ ਸਕਦੇ ਹਾਂ, ਤੇ ਵਿਖੰਡਨ ਕੀ ਹੁੰਦਾ। ਇਹਦੇ ਨਾਲ ਆਪਾਂ ਸਾਰੇ ਦੇ ਸਾਰੇ ਆਪਣੇ ਬੰਬ ਬਣਾਉਂਦੇ, ਜ਼ਿਆਦਾਤਰ ਆਪਣੇ ਧਰਤੀ ਤੇ ਆ ਵੀ ਬੰਬ ਹੈਗੇ ਆਪਣੇ ਕੋਲੇ, ਮਤਲਬ ਆਪ ਭਾਰਤ ਕੋਲੇ ਨਹੀਂ ਹੈ ਪਰ ਵੈਸੇ ਐਗਜ਼ਿਸਟ ਕਰਦੇ ਆ, ਤੇ ਆਪਣੇ ਕੋਲੇ ਜ਼ਿਆਦਾਤਰ ਪਰ ਬੰਬ ਆਪਣੇ ਆ ਵਾਲੇ ਆ ਵਿਖੰਡਨ ਦੇ। ਇਹ 'ਚ ਕੀ ਹੁੰਦਾ ਕਿ ਜਿਹੜੇ ਆਪਣੇ ਐਟਮ ਹੈ ਨਾ, ਜਿਹੜੇ ਛੋਟੇ ਛੋਟੇ ਕਣ ਹੈ,
ਫਿਊਜ਼ਨ ਵਿੱਚ ਇਹ ਜਿਹੜੇ ਕਣ ਇਕੱਠੇ ਆਉਂਦੇ ਆ ਤੇ ਆਪਸ ਜੁੜ ਕੇ ਇੱਕ ਮੋਲੀਕਿਊਲ ਬਣਾ ਲੈਂਦੇ ਆ, ਤੇ ਜਦ ਵੀ ਇਹ ਜੁੜਨਗੇ ਇਹ ਆਪਣੇ ਵਿੱਚੋਂ ਦੀ ਊਰਜਾ ਕੱਢਦੇ ਆ। ਇਹੀ ਊਰਜਾ ਤੁਹਾਡਾ ਧਮਾਕਾ ਹੁੰਦੀ ਆ। ਠੀਕ ਹੈ। ਸੇਮ ਵਿਖੰਡਨ ਵਿੱਚ ਕੀ ਹੁੰਦਾ, ਜਿਹੜਾ ਇੱਕ ਵੱਡਾ ਮੋਲੀਕਿਊਲ ਹੈ ਇਹ ਛੋਟੇ ਛੋਟੇ ਕਣਾਂ ਵਿੱਚ ਟੁੱਟ ਜਾਂਦਾ ਹੈ। ਇਹ ਟੁੱਟਦੇ ਹੋਏ ਵੀ ਊਰਜਾ ਕੱਢੂਗਾ ਤੇ ਇਹੀ ਤੁਹਾਡਾ ਧਮਾਕਾ ਬਣਦਾ ਹੈ। ਆਹ ਜਿਹੜਾ ਤੁਹਾਡਾ ਪਰਮਾਣੂ ਫਿਊਜ਼ਨ ਹੈ, ਮਿਸ਼ਰਣ ਦਾ ਜਿਹੜਾ ਤਰੀਕਾ ਹੈ, ਇਹ ਸੂਰਜ ਉੱਤੇ ਹੋ ਰਿਹਾ ਤੇ ਇਹ ਜ਼ਿਆਦਾ ਵੈਸੇ ਕੀ ਇਹਦੇ ਵਿੱਚ ਕੋਈ ਪੋਲਿਊਸ਼ਨ ਨਹੀਂ ਹੁੰਦਾ, ਕੋਈ ਨੁਕਸਾਨ ਇਨ ਜਨਰਲ ਨਹੀਂ ਹੁੰਦਾ। ਤਾਂ ਹੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਇਸ ਚੀਜ਼ ਤੋਂ ਨਾ ਬਿਜਲੀ ਬਣਾਉਣਾ ਸਿੱਖ ਸਕੀਏ, ਕਿਉਂਕਿ ਜੇ ਬਣਾ ਲਿਆ ਤਾਂ ਜਿੰਨੀ ਮਰਜ਼ੀ ਬਿਜਲੀ ਬਣਾ ਲਓ ਕੋਈ ਕਮੀ ਨਹੀਂ ਹੈ। ਤਾਂ ਆਪਾਂ ਧਰਤੀ ਉੱਤੇ ਇਹਦੇ ਰਿਐਕਟਰ ਬਣਾਉਣ ਦੀ ਹਜੇ ਕੋਸ਼ਿਸ਼ ਕਰ ਰਹੇ ਹਾਂ ਕਿ ਬਣ ਜੇ ਤੇ ਚੱਲ ਜੇ, ਤਾਂ ਪਰ ਹਜੇ ਐਕਸਪੈਰੀਮੈਂਟ ਦਾ ਹਜੇ ਆਪਣੇ ਹਜੇ ਵੀ ਪਰਮਾਣੂ ਪਲਾਂਟ ਹੈਗੇ ਆ, ਬਹੁਤ ਸਾਰੇ ਨਿਊਕਲੀਅਰ ਪਲਾਂਟ ਹੈਗੇ, ਪਰ ਉਹ ਸਾਰੇ ਆ ਵਿਖੰਡਨ ਤੇ ਹੀ ਬਿਜਲੀ ਬਣਾ ਰਹੇ ਆ। ਇਹਦਾ ਨੁਕਸਾਨ ਕੀ ਆ, ਇਹ ਤੋਂ ਜਿੰਨੇ ਵੀ ਆਪਣੇ ਆਪਾਂ ਊਰਜਾ ਪਲਾਂਟ ਇਹ ਤੋਂ ਚਲਾ ਰਹੇ ਆ, ਉਹ ਤੋਂ ਨਾ ਬਹੁਤ ਜ਼ਿਆਦਾ ਜ਼ਹਿਰੀਲਾ ਵੇਸਟ ਨਿਕਲਦਾ ਤੁਹਾਡਾ, ਜਿਹੜਾ ਆਪਾਂ ਜੇ ਇਨਵਾਇਰਨਮੈਂਟ ਸਿੱਟਦਾ ਸਾਰੀ ਕੁਦਰਤ ਬਰਬਾਦ ਹੋ ਸਕਦੀ ਹੈ ਉਹਦੇ ਨਾਲ। ਤਾਂ ਇਹਦਾ ਇਹ ਨੁਕਸਾਨ ਹੈ। ਇਹਦਾ ਇਹ ਨੁਕਸਾਨ ਹੈ ਕਿ ਕੰਟਰੋਲ ਕਰਨਾ ਮੁਸ਼ਕਿਲ ਹੈ। ਠੀਕ ਹੈ। ਸੂਰਜ ਉੱਤੇ ਹੋ ਕੀ ਰਿਹਾ, ਸੂਰਜ ਉੱਤੇ ਤੁਹਾਡੀ ਜਿਵੇਂ ਸਭ ਤੋਂ ਜ਼ਿਆਦਾ ਜਿਹੜੀ ਮੈਂ ਗੈਸ ਮੈਂਸ਼ਨ ਕੀਤੀ ਸੀ, ਸੂਰਜ ਉੱਤੇ ਹਾਈਡਰੋਜਨ ਦੇ 2 ਕਣ ਜੁੜਦੇ ਆ ਤੇ ਉਹ 2 ਕਣ ਜੁੜ ਕੇ ਹੀਲੀਅਮ ਬਣਾ ਲੈਂਦੇ ਆ, ਤੇ ਇਸ ਤਰੀਕੇ ਨਾਲ ਸਾਰਾ ਰਿਐਕਸ਼ਨ ਹੋ ਰਿਹਾ। ਠੀਕ ਹੈ। ਹੁਣ ਜਦੋਂ ਇਹ ਧਮਾਕਾ ਹੁੰਦਾ ਤਾਂ ਹੁੰਦਾ ਕੀ ਹੈ, ਦੇਖੋ ਕਦੀ ਵੀ ਤੁਸੀਂ ਨਿਊਕਲੀਅਰ ਬਲਾਸਟ ਦੀ ਤੁਸੀਂ YouTube ਤੇ ਕੋਈ ਵੀਡੀਓ ਦੇਖੋਗੇ, ਇਦਾਂ ਨਾ ਇੱਕ ਬਹੁਤ ਵੱਡਾ ਜਦ ਧਮਾਕਾ ਹੁੰਦਾ ਹੈ, ਧਮਾਕਾ ਹੋਣ ਤੋਂ ਬਾਅਦ ਨਾ ਇਦਾਂ ਆਸ-ਪਾਸ ਹਵਾ ਵਾਂਗੂ ਸਡਨਲੀ ਆਸ-ਪਾਸ ਇਦਾਂ ਹਵਾ ਵਾਂਗੂ ਚੀਜ਼ ਜਾਂਦੀ ਹੈ। ਇਹ ਜਿਹੜੀ ਹਵਾ ਇਹ ਐਕਚੁਅਲੀ ਹਵਾ ਨਹੀਂ ਹੁੰਦੀ, ਇਹ ਨਾ ਤੁਹਾਡੇ ਤੁਸੀਂ ਕੈਮਿਸਟਰੀ ਵਿੱਚ ਪੜ੍ਹੇ ਹੋਣੇ ਹੈ, ਕੈਮਿਸਟਰੀ ਵਿੱਚ ਵੀ ਤੇ ਫਿਜ਼ਿਕਸ ਵਿੱਚ ਵੀ ਸਕੂਲ ਵਿੱਚ, ਤੇ ਆਪਾਂ ਜਦ ਸਾਇੰਸ ਕਰਾਂਗੇ ਉਦੋਂ ਡਿਟੇਲ ਵਿੱਚ ਕਰਾਂਗੇ। ਇਹਨਾਂ ਦੇ ਵਿੱਚ ਇਲੈਕਟ੍ਰੋਨ ਹੁੰਦੇ ਆ। ਠੀਕ ਹੈ। ਇਹ ਜਿਹੜੇ ਇਲੈਕਟ੍ਰੋਨ ਹੈ, ਇਲੈਕਟ੍ਰੋਨ ਇੱਕ ਤਰੀਕੇ ਨਾਲ ਤੁਹਾਡੇ ਚਾਰਜ ਹੈ ਇਹਨਾਂ ਦੇ ਅੰਦਰ, ਜਿਵੇਂ ਆਪਣੀ ਬਿਜਲੀ ਚੱਲਦੀ ਹੈ, ਬਿਜਲੀ ਵਾਂਗੂ ਇਹ ਚਾਰਜਡ ਹੈ। ਠੀਕ ਹੈ। ਇਹਨਾਂ ਨੂੰ ਆਪਾਂ ਇਸੇ ਲਈ ਕਹਿ ਦਿੰਦੇ ਆ ਕਿ ਇਹ ਇਲੈਕਟ੍ਰੋ ਮੈਗਨੈਟਿਕ ਤਰੰਗਾ। ਠੀਕ ਹੈ। ਇਲੈਕਟ੍ਰੋਮੈਗਨੈਟਿਕ ਤਰੰਗਾ ਇਹ ਚਾਰਜ ਪਾਰਟੀਕਲਸ ਹੈ। ਇਹ ਜਦੋਂ ਆਸ-ਪਾਸ ਸਾਰੀ ਜਗ੍ਹਾ ਫੈਲਦੇ ਆ, ਇਹਨਾਂ 'ਚ ਇੰਨੀ ਜ਼ਿਆਦਾ ਸ਼ਕਤੀ ਹੁੰਦੀ, ਕਿਉਂਕਿ ਸੂਰਜ ਤੇ ਧਮਾਕੇ ਬਹੁਤ ਵੱਡੇ ਸਾਈਜ਼ ਦੇ ਹੁੰਦੇ ਆ, ਕਿ ਜਿਹੜੀਆਂ ਆਪਣੀਆਂ ਸੈਟੇਲਾਈਟਸ ਹੈ ਕਈ ਵਾਰੀ ਚਲਦੀਆਂ ਸੈਟੇਲਾਈਟ ਸਾਰੀਆਂ ਦੀ ਸਾਰੀਆਂ ਉਹਨਾਂ ਦੇ ਅੰਦਰ ਜੋ ਸਰਕਿਟ ਆ ਉਹ ਜਲ ਜਾਂਦੇ ਆ, ਕਿਉਂਕਿ ਇੰਨਾ ਜ਼ਿਆਦਾ ਚਾਰਜ ਆਉਂਦਾ, ਉਹਨਾਂ ਦੀ ਬੈਟਰੀਆਂ ਫਟ ਜਾਂਦੀਆਂ। ਠੀਕ ਹੈ। ਇਹ 'ਚ ਇੰਨੀ ਵੀ ਆਪਾਂ ਤਾਕਤ ਮੰਨ ਕੇ ਚੱਲੇ ਹੋਏ ਆ ਕਿ ਜੇ ਕਦੀ ਕੋਈ ਬਹੁਤ ਵੱਡਾ ਤੂਫਾਨ ਆ ਗਿਆ ਨਾ, ਤਾਂ ਆਪਣਾ ਇਹ ਵੀ ਹੋ ਸਕਦਾ ਕਿ ਇੱਕੋ ਝਟਕੇ ਦੇ ਅੰਦਰ ਸਾਰਾ ਦਾ ਸਾਰਾ ਜਿੰਨਾ ਵੀ ਆਪਣਾ ਆਸ-ਪਾਸ ਐਟਮੋਸਫੀਅਰ ਆ, ਆਪਣੇ ਆਸ-ਪਾਸ ਜਿੰਨੀ ਹਵਾ ਇਹਦੇ ਅੰਦਰ ਇੰਨੀ ਪਾਵਰ ਹੈ, ਸਾਰਾ ਦਾ ਸਾਰੀ ਹਵਾ ਉਡਾ ਕੇ ਲੈ ਕੇ ਜਾ ਸਕਦੇ। ਜਿਵੇਂ ਆਪਾਂ ਹੁਣੇ ਸਾਹ ਲੈ ਰਹੇ ਹਾਂ ਤੇ ਬਹੁਤ ਵੱਡਾ ਤੂਫਾਨ ਆਇਆ, ਸਾਰਾ ਹਵਾ ਗਾਇਬ ਹੋ ਜਾਊਗੀ। ਇਹ ਏਡਾ ਵੱਡਾ ਤੂਫਾਨ ਆ ਸਕਦਾ ਕਦੀ। ਠੀਕ ਹੈ। ਇਹਦਾ ਪੋਟੈਂਸ਼ੀਅਲ ਹੈਗਾ। ਠੀਕ ਹੈ। ਹੁਣ ਇਹ ਤੋਂ ਆਪਾਂ ਮਤਲਬ ਆਪਾਂ ਨੂੰ ਧਰਤੀ ਉੱਤੇ ਆਪਾਂ ਬੱਚੇ ਕਿੱਦਾਂ ਹੋਏ ਆ। ਦੇਖੋ ਇੱਕ ਧਰਤੀ ਨੂੰ, ਇਹਦਾ ਆਪਾਂ ਕਾਰਨ ਮੀਨ ਜੀਓਗ੍ਰਾਫੀ ਵਿੱਚ ਪੜਾਂਗੇ ਕਿੱਦਾਂ ਬਣਦਾ। ਧਰਤੀ ਨੂੰ ਨਾ ਇੱਕ ਵੱਡੇ ਸਾਰੇ ਮੈਗਨੇਟ ਵਾਂਗੂ ਮੰਨ ਕੇ ਚੱਲੋ ਕਿ ਧਰਤੀ ਇੱਕ ਬਹੁਤ ਵੱਡਾ ਮੈਗਨੇਟ ਹੈ। ਮੈਗਨੇਟ ਦਾ ਹਮੇਸ਼ਾ ਇੱਕ ਨਾਰਥ ਹਿੱਸਾ ਹੁੰਦਾ, ਇੱਕ ਸਾਊਥ ਹਿੱਸਾ ਹੁੰਦਾ, ਜਿਹਦੇ ਕਾਰਨ ਮੈਗਨੇਟ ਦੇ ਚਾਰੋਂ ओर ਦੀ ਤਰੰਗਾਂ ਨਿਕਲ ਰਹੀਆਂ ਹੁੰਦੀਆਂ, ਮੈਗਨੈਟਿਕ ਵੇਵਸ ਨਿਕਲ ਰਹੀਆਂ ਹੁੰਦੀਆਂ। ਹੁਣ ਜਦ ਵੀ ਆਹ ਤੂਫਾਨ ਆਂਦਾ ਹੈ, ਤੂਫਾਨ ਦੇ ਕਾਰਨ ਆਹ ਥੋੜੀ ਆ ਵਿੰਡਸ ਆਈਆਂ, ਇਹਦੇ ਕਾਰਨ ਕੀ ਹੋਊਗਾ, ਜਿਵੇਂ ਹੀ ਆਪਣੇ ਮੈਗਨੈਟਿਕ ਫੀਲਡ ਦੇ ਧਰਤੀ ਦੇ ਮੈਗਨੈਟਿਕ ਤਰੰਗਾਂ ਦੇ ਆਸ-ਪਾਸ ਆਂਦੀ ਹੈ, ਇਹ ਪਾਰਟੀਕਲ ਜਿਹੜੇ ਆ, ਇਲੈਕਟ੍ਰੋਨ ਜਿਹੜੇ ਆ, ਇਹ ਨਾ ਆਪਣੇ ਮੈਗਨੈਟਿਕ ਵੇਵ ਦੇ ਨਾਲ-ਨਾਲ ਚੱਲਣ ਲੱਗ ਜਾਂਦੇ ਆ। ਦੇਖੋ ਜਦ ਵੀ ਕੋਈ ਚਾਰਜ ਪਾਰਟੀਕਲ ਹੁੰਦਾ, ਇਹ ਹਮੇਸ਼ਾ 3 ਤਰੀਕਿਆਂ ਨਾਲ ਆਪਣਾ ਚਾਰਜ ਛੱਡ ਸਕਦਾ ਹੈ। ਜਾਂ ਤਾਂ ਇਹ ਕੋਈ
ਆਵਾਜ਼ ਕਰੂਗਾ ਜਾਂ ਰੋਸ਼ਨੀ ਕਰੂਗਾ ਜਾਂ ਗਰਮੀ ਪੈਦਾ ਕਰੂਗਾ। ਆ ਜਿਹੜੇ ਇੱਥੇ ਆ ਇਲੈਕਟ੍ਰੋਨ ਆਏ ਇਹ ਕੀ ਕਰਦੇ ਆ, ਇੱਥੇ ਨਾ ਰੋਸ਼ਨੀ ਪੈਦਾ ਕਰਦੇ ਆ ਤੇ ਆਪਣਾ ਫਿਰ ਚਾਰਜ ਖਤਮ ਕਰਕੇ ਖਤਮ ਹੋ ਜਾਂਦੇ ਆ, ਮੈਗਨੈਟਿਕ ਫੀਲਡ ਦੇ ਨਾਲ ਨਾਲ ਚੱਲਦੇ ਜਾਂਦੇ ਆ, ਫਿਰ ਹੌਲੀ ਹੌਲੀ ਇਹਨਾਂ ਦਾ ਚਾਰਜ ਖਤਮ ਹੋ ਜਾਂਦਾ। ਜਦ ਤੱਕ ਚਾਰਜ ਖਤਮ ਨਹੀਂ ਹੋਗਾ ਉਨੀ ਦੇਰ ਤੱਕ ਚੱਲਦੇ ਰਹਿੰਦੇ ਆ। ਇਹਨਾਂ ਨੂੰ ਆਪਾਂ ਕਹਿੰਦੇ ਜਿਹੜੇ ਮਤਲਬ ਇਹਨਾਂ ਆਸਮਾਨ ਚ ਆਪਾਂ ਨੂੰ ਲਾਈਟਾਂ ਦੇ ਤੌਰ ਤੇ ਦਿਖਾਈ ਦਿੰਦੇ ਆ, ਪੂਰੇ ਆਸਮਾਨ ਰੋਸ਼ਨ ਹੋ ਜਾਂਦਾ। ਇਹ ਆਪਣੇ ਓਬਵੀਅਸਲੀ ਜਿੱਥੇ ਆਪਾਂ ਰਹਿੰਦੇ ਆ ਪੰਜਾਬ 'ਚ ਨਹੀਂ ਦਿਖੂਗਾ। ਜਿਹੜੇ ਉੱਤੇ ਵਾਲੇ ਦੇਸ਼ ਹੈ ਜਿਵੇਂ ਕੈਨੇਡਾ ਦਾ ਉੱਤੇ ਵਾਲਾ ਹਿੱਸਾ ਹੋ ਗਿਆ, ਫਿਰ ਤੁਹਾਡੇ ਨਾਰਵੇ, ਸਵੀਡਨ, ਫਿਨਲੈਂਡ, ਆ ਜਿਹੜੇ ਦੇਸ਼ ਆ ਜਾਂ ਥੱਲੇ ਅਰਜਨਟੀਨਾ ਵਰਗੇ ਦੇਸ਼, ਇਹ ਇਸ ਪਾਸੇ ਨੂੰ ਦਿਖਦੇ ਆ, ਬਾਕੀ ਵਿੱਚ ਵਾਲੀ ਧਰਤੀ ਨਹੀਂ ਦਿਖਦੇ। ਇਹ ਸਾਰੇ ਇੱਥੇ ਚਾਰਜ ਪਾਰਟੀਕਲ ਇੱਥੇ ਹੀ ਖਤਮ ਹੋ ਜਾਂਦੇ ਉੱਤੇ ਤੋਂ, ਪਰ ਇੱਥੇ ਆਸਮਾਨ ਵਿੱਚ ਇਹ ਸਾਰੀ ਰੋਸ਼ਨੀ ਦੇ ਤੌਰ ਤੇ ਦਿਖਾਈ ਦੇ ਰਹੇ ਹੁੰਦੇ ਆ। ਠੀਕ ਹੈ, ਇਹਨਾਂ ਨੂੰ ਆਪਾਂ ਕਹਿੰਦੇ ਆ ਅਰੋਰਾਸ। ਮੈਂ ਤੁਹਾਨੂੰ ਪਹਿਲਾਂ ਫੋਟੋ ਦਿਖਾਦਾ ਫਿਰ ਲਿਖ ਦਿੰਦਾ, ਚਲੋ ਪਹਿਲਾਂ ਲਿਖ ਦੇਣਾ। ਇਹਨਾਂ ਨੂੰ ਆਪਾਂ ਕਹਿੰਦੇ ਆ ਅਰੋਰਾਸ। ਜੋ ਇਹਨਾਂ ਨੇ ਆਹ ਲਾਈਟ ਪੈਦਾ ਕੀਤੀ ਇਹਨਾਂ ਨੂੰ ਆਪਾਂ ਅਰੋਰਾਸ ਕਹਿੰਦੇ ਆ। ਠੀਕ ਹੈ, ਇਹ ਇਸ ਤਰੀਕੇ ਤੇ ਦਿਖਾਈ ਦਿੰਦੇ ਆ। ਇਦਾਂ ਦਾ ਆਸਮਾਨ ਪੂਰਾ ਚਮਕ ਉੱਠਦਾ ਹੈ, ਇਦਾਂ ਆਹ ਸਾਰੀ ਚੱਲ ਰਹੀ ਹੁੰਦੀ ਹੈ। ਤੁਸੀਂ YouTube ਤੇ ਅਰੋਰਾ ਸਰਚ ਕਰੋਗੇ ਤੁਹਾਨੂੰ ਇਹਦੀਆਂ ਵੀਡੀਓ ਵੀ ਮਿਲ ਜਾਣਗੀਆਂ, ਲੋਕਾਂ ਨੇ ਰਿਕਾਰਡ ਕੀਤੀ ਹੁੰਦੀ। ਤਾਂ ਪੂਰਾ ਅੱਗੇ ਨੂੰ ਫੈਲਦਾ ਹੋਇਆ ਅੱਗੇ ਨੂੰ ਵੱਧਦਾ ਜਾ ਰਿਹਾ ਹੁੰਦੇ। ਸਾਰੇ ਚਾਰਜ ਪਾਰਟੀਕਲ ਹੈ ਜੋ ਸੂਰਜ ਦੇ ਉੱਤੇ ਆਏ ਹੋਏ ਤੂਫਾਨ ਨਾਲ ਆਏ ਆ। ਠੀਕ ਹੈ, ਤੇ ਇਸ ਤਰੀਕੇ ਨਾਲ ਇਹ ਸਾਰੀ ਦੀ ਸਾਰੀ ਚੀਜ਼ ਕੰਮ ਕਰਦੀ ਹੈ। ਕਲੀਅਰ ਹੈ? ਕੋਈ ਵੀ ਡਾਊਟ ਇੱਥੇ ਤੱਕ? ਇਹ ਸੀਗਾ ਤੁਹਾਡਾ ਅੱਜ ਦਾ ਜਿਓਗ੍ਰਾਫੀ ਦਾ ਲੈਕਚਰ। ਮਿਲਦੇ ਆ ਤੁਹਾਨੂੰ ਕੱਲ ਦੇ ਲੈਕਚਰ। ਥੈਂਕ ਯੂ, ਸੀ ਯੂ, ਥੈਂਕ ਯੂ।